ਸਾਹਿਬ ਜੀ ਬਸੰਤ ਮਹਲਾ ਪਹਿਲਾ। ਸਗਲ ਭਵਨ ਤੇਰੀ ਮਾਇਆ ਮੋਹ, ਮੈਂ ਅਵਰਨ ਦੀਸੈ ਸਰਬ ਤੋਹ। ਤੂ ਸੁਰ ਨਾਥਾ ਦੇਵਾ ਦੇਵਾ, ਹਰ ਨਾਮ ਮਿਲੈ ਗੁਰ ਚਰਨ ਸੇਵਾ। ਸਗਲ ਭਵਨ ਤੇਰੀ ਮਾਇਆ ਮੋਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੇ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹਲਾ ਪਹਿਲਾ। ਬਸੰਤ ਰਾਗ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਰਮਾਤਮਾ ਦੇ ਸਨਮੁਖ ਬੇਨਤੀ ਕਰਨ ਦਾ ਢੰਗ ਤਰੀਕਾ ਦੱਸਦੇ ਹਨ। ਸਗਲ ਭਵਨ ਤੇਰੀ ਮਾਇਆ ਮੋਹ। ਇਹ ਪਰਮਾਤਮਾ ਸਾਰੇ ਸੰਸਾਰ ਦੇ ਵਿੱਚ, ਸਾਰੇ ਲੋਕਾਂ ਦੇ ਵਿੱਚ ਤੇਰੀ ਮਾਇਆ ਦਾ ਹੀ ਮੋਹ ਪ੍ਰਵਿਰਤ ਹੋਇਆ ਪਿਆ ਹੈ। ਛੋਟੀ ਜੀ ਜਿਹੜੀ ਕੀੜੀ ਹੈ, ਵੇਖੋ ਉਹ ਵੀ ਆਪਣੇ ਤੋਂ 2 ਗੁਣਾ ਵੱਧ ਭਾਰ ਧੋਈ ਫਿਰਦੀ ਹੈ, ਬਲਕਿ 10 ਗੁਣਾ ਵੱਧ ਭਾਰ। ਨਿੱਕੀਆਂ ਨਿੱਕੀਆਂ ਚਿੜੀਆਂ ਵੇਖੋ ਵੱਡੀਆਂ ਫਿਰਦੀਆਂ, ਆਪਦੇ ਬੋਟਾਂ ਦੇ ਮੂੰਹ ਵਿੱਚ ਚੋਗਾ ਪਾਉਂਦੀਆਂ ਨੇ। ਸਾਰੇ ਜੀਵ ਜੰਤ ਬੰਦਿਆਂ ਨੇ ਤਾਂ ਬੜਾ ਮੋਹ ਕਰਨਾ ਹੀ ਕਰਨਾ ਹੈ। ਜਿੰਨੀ 84 ਲੱਖ ਜੂਨ ਹੈ, ਇਹ ਸਭ ਮੋਹ ਦੇ ਵਿੱਚ ਫਸਾਈ ਹੋਈ ਹੈ। ਪਤਾ ਨਹੀਂ ਮਾਇਆ ਕਿਸ ਤਰ੍ਹਾਂ ਦੀ ਪਰਮਾਤਮਾ ਨੇ ਪੈਦਾ ਕੀਤੀ ਹੋਈ ਹੈ। ਇਹ ਮਾਇਆ ਦਾ ਮੋਹ ਜੰਮਦੇ ਬੱਚਿਆਂ ਨੂੰ ਹੀ ਲੱਗ ਜਾਂਦਾ ਹੈ। ਕਹਿੰਦੇ ਜੰਮਦੋਂ ਮਾਇਆ ਮੋਹਿਆ, ਜਾਂ ਤਿਸ ਭਾਣਾ ਤਾਂ ਜੰਮਿਆ। ਪਰਿਵਾਰ ਭਲਾ ਪਾਇਆ, ਜੈਸੀ ਅਗਨ ਉਦਰਮ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਸੋ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਅਮਰ ਕਹਿੰਦੇ ਨੇ ਹੁਕਮ ਨੂੰ। ਮਾਇਆ ਦਾ ਇਹੋ ਜਿਹਾ ਹੁਕਮ ਪਰਮਾਤਮਾ ਨੇ ਵਰਤਾ ਦਿੱਤਾ ਕਿ ਲੱਗੀ ਹੋਈ ਲਿਵ ਝੱਟ ਹੀ ਛੁੱਟ ਗਈ। ਸਾਰੇ ਸੰਸਾਰ 'ਚ ਸਾਰੇ ਲੋਕਾਂ 'ਚ ਤੇਰੀ ਮਾਇਆ ਦਾ ਮੋਹ ਪ੍ਰਵਿਰਤ ਹੋਇਆ ਪਿਆ ਹੈ।
ਮੈਨੂੰ ਤੇਰੇ ਤੋਂ ਬਿਨਾ ਕੋਈ ਹੋਰ ਤੇਰੇ ਵਰਗਾ ਦਿਸਦਾ ਨਹੀਂ ਹੈ। ਕੋਈ ਦੂਜਾ ਹੋਏ ਸੋ ਅਬਰੋ ਕਹੀਐ। ਸਭ ਥਾਵਾਂ ਤੇ ਤੂੰ ਹੀ ਪ੍ਰਤੀਤ ਹੁੰਦਾ ਹੈ। ਦੋ ਸੁਰਨਾਥਾ ਦੇਵਾ ਦੇਵਾ। ਇਹ ਪਰਮਾਤਮਾ ਤੂੰ ਇੰਦਰ ਆਦਿਕ 33 ਕਰੋੜ ਦੇਵਤਿਆਂ ਦਾ ਮਾਲਕ ਹੈ ਅਤੇ ਵੱਡੇ ਦੇਵਤਿਆਂ ਬ੍ਰਹਮਾ ਵਿਸ਼ਨੂੰ ਦੇ ਸ਼ਿਵ ਜੀ ਦਾ ਵੀ ਪ੍ਰਕਾਸ਼ਕ ਹੈ। ਜਾਂ ਦੇਵੀ ਸੰਪਦਾ ਦੇ ਦੇਣ ਵਾਲਾ ਹੈ ਅਤੇ ਪ੍ਰਕਾਸ਼ ਦਾ ਵੀ ਪ੍ਰਕਾਸ਼ਕ ਹੈ। ਹਰ ਨਾਮ ਮਿਲੈ ਗੁਰ ਚਰਨ ਸੇਵਾ। ਹਰੀ ਪ੍ਰਭੂ ਮੈਨੂੰ ਤੇਰਾ ਨਾਮ ਮਿਲੇ ਅਤੇ ਗੁਰਾਂ ਦੇ ਚਰਨਾਂ ਦੀ ਸੇਵਾ ਠਹਿਰ ਦੀ ਪ੍ਰਾਪਤੀ ਹੋਵੇ। ਮੇਰੇ ਸੁੰਦਰ ਗਹਿਰ ਗੰਭੀਰ ਲਾ। ਇਹ ਮੇਰੇ ਸਤ ਚਿਤ ਆਨੰਦ ਰੂਪ ਸੋਹਣੇ ਪ੍ਰਭੂ ਤੂੰ ਗਹਿਰ ਨਿਰਹਲ ਹੈ, ਗੰਭੀਰ ਡੂੰਘਾ ਹੈ ਜਾਂ ਡੂੰਘੇ ਤੋਂ ਡੂੰਘੇ ਸਿਧਾਂਤ ਵਾਲਾ ਅਤੇ ਸਭਨਾਂ ਦਾ ਲਾਲ ਪਿਆਰਾ ਹੈ। ਗੁਰਮੁਖ ਰਾਮ ਨਾਮ ਗੁਣ ਗਾਏ। हे ਰਾਮ, हे ਰਮੰਤੀ ਪਰਮਾਤਮਾ, ਗੁਰਮੁਖ ਜਨ ਗੁਰਾਂ ਦੁਆਰਾ ਤੇਰਾ ਨਾਮ ਜਪਦੇ ਅਤੇ ਤੇਰੇ ਗੁਣ ਗਾਉਣਾ ਕਰਦੇ ਹਨ। ਤੂੰ ਪਰੰਪਰ ਸਰਬ ਪਾਲਾ। ਤੂੰ ਪਰੇ ਤੋਂ ਪਰੇ ਅਤੇ ਸਾਰੇ ਜੀਵਾਂ ਦੇ ਤਾਈਂ ਪਾਲਣਾ ਕਰਦਾ ਹੈ। ਰਹਾ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਬਿਨ ਸਾਧ ਨਾ ਪਾਈਐ ਹਰ ਕਾ ਸੰਗ। ਸ੍ਰੇਸ਼ਟ ਮਹਾਤਮਾ ਜਨ ਜਾਂ ਗੁਰੂ ਸਾਹਿਬ ਜੀ ਤੋਂ ਬਿਨਾ ਇਹ ਹਰੀ ਆਪ ਜੀ ਦਾ ਸਾਥ, ਆਪ ਜੀ ਦਾ ਮਿਲਾਪ ਨਹੀਂ ਪਾ ਸਕੀਦਾ। ਬਿਨ ਗੁਰ ਮੈਲ ਮਲੀਨ ਅੰਗ। ਗੁਰੂ ਸਾਹਿਬ ਜੀ ਨੂੰ ਧਾਰਨ ਕੀਤੇ ਤੋਂ ਬਿਨਾ ਅੰਗ ਨਾਮ ਹੈ ਸਰੀਰ ਦਾ, ਅੰਗ ਨਾਮ ਹੈ ਹਿਰਦੇ ਦਾ। ਇਹ ਸਰੀਰ ਅਤੇ ਹਿਰਦਾ ਪਾਪਾਂ ਦੀ ਮੈਲ ਕਰਕੇ ਮੈਲਾ ਰਹਿੰਦਾ ਹੈ। ਮੈਲਾ ਹਰ ਕੇ ਨਾਮ ਬਿਨ ਜੀਓ, ਤਿਨ ਪ੍ਰਭ ਸੱਚ ਆਪ ਲਾਇਆ, ਵਿਖੇ ਠਗੋਰੀ ਪੀਓ। ਬਿਨ ਹਰ ਨਾਮ ਨਾ ਸੁਧ ਹੋਇ। ਹੇ ਹਰੀ ਤੇਰਾ ਨਾਮ ਜਪੇ ਤੋਂ ਬਿਨਾ ਹਿਰਦਾ ਜਿਹੜਾ ਹੈ ਸੋ ਪਾਪਾਂ ਦੀ ਮੈਲ, ਵਿਕਾਰਾਂ ਦੀ ਮੈਲ ਵੱਲੋਂ ਪਵਿੱਤਰ ਨਹੀਂ ਹੋ ਸਕਦਾ। ਗੁਰ ਸ਼ਬਦ ਸਲਾਹੇ ਸਾਚ ਸੋਇ। ਜੋ ਮਨੁੱਖ ਗੁਰਾਂ ਦੇ ਉਪਦੇਸ਼ ਦੁਆਰਾ ਤੈਨੂੰ ਸਲਾਹੁੰਦਾ ਹੈ ਉਹੀ ਮਨੁੱਖ ਸੱਚਾ ਹੈ। ਜਾ ਕਉ ਤੂੰ ਰਾਖੈ ਰਖਨਹਾਰ। ਇਹ ਰੱਖਿਆ ਕਰਨ ਵਾਲੇ ਪਰਮਾਤਮਾ ਜਿਸ ਮਨੁੱਖ ਨੂੰ ਤੂੰ ਆਪਣੀ ਸਿਫਤ ਸਲਾਹ ਦੇ ਵਿੱਚ ਰੱਖਣਾ ਚਾਹੁੰਦਾ ਹੈ। ਸਤਿਗੁਰੂ ਮਿਲਾਵਹਿ ਕਰਹਿ ਸਾਰਾ। ਉਸ ਨੂੰ ਤੂੰ ਸਤਿਗੁਰੂ ਦੇ ਨਾਲ ਮਿਲ ਕੇ ਉਸ ਦੀ ਸੰਭਾਲ ਕਰਦਾ ਹੈ। ਬਿਖ ਹਉਮੈ ਮਮਤਾ ਪਰ ਹਰਾਈ। ਉਸ ਦੇ ਅੰਦਰੋਂ ਵਿਸ਼ਿਆਂ ਦੀ ਜ਼ਹਿਰ, ਸਰੀਰ ਦੀ ਹੰਤਾ, ਪਦਾਰਥਾਂ ਦੀ ਮਮਤਾ ਮੈਂ ਮੇਰੀ ਸਭ ਦੂਰ ਕਰ ਦਿੰਦਾ ਹੈ। ਸਭ ਦੁਖ ਬਿਨਾਸੇ ਰਾਮ ਰਾਈ। हे ਰਾਜਾ, हे ਪ੍ਰਕਾਸ਼ ਰੂਪ ਪਰਮਾਤਮਾ, ਤੂੰ ਉਸ ਦੇ ਸਾਰੇ ਦੁੱਖ, ਸਾਰੇ ਕਸ਼ਟ ਨਾਸ਼ ਕਰ ਦਿੱਤੇ ਹਨ। ਊਤੰ ਗਤ ਮਿਤ ਹਰ ਗੁਣ ਸਰੀਰ।
ਜਿਸ ਦੇ ਸਰੀਰ ਵਿੱਚ ਤੇਰੀ ਪ੍ਰਾਪਤੀ ਵਾਲੇ ਦੇਵੀ ਗੁਣ ਵਸਦੇ ਨੇ, ਉਸ ਨੂੰ ਉੱਤਮ ਗਿਆਨਮਨ ਪੁਰਖਾਂ ਵਾਲੀ ਅਵਸਥਾ ਗਤ ਪ੍ਰਾਪਤ ਹੁੰਦੀ ਹੈ ਅਤੇ ਉਹ ਤੇਰੇ ਸਰੂਪ ਦੀ ਮਿਤ ਮਰਿਆਦਾ ਨੂੰ ਪਾ ਲੈਂਦਾ ਹੈ, ਜਾਂ ਉੱਤਮ ਸਤਿਗੁਰਾਂ ਨਾਲ ਮਿਲ ਕੇ ਗਤ ਗਿਆਨ ਦੀ ਮਰਿਆਦਾ ਨੂੰ ਪਾ ਲੈਂਦਾ ਹੈ। ਗੁਰਮਤਿ ਪ੍ਰਗਟੇ RAM ਨਾਮ ਹੀਰਾ। ਇਹ ਰਮੰਤੀ ਸਰਾਮਾ ਹੈ ਪਰਮਾਤਮਾ, ਤੇਰਾ ਹੀਰੇ ਵਾਂਗ ਅਮੋਲਕ ਨਾਮ ਗੁਰਮਤਿ ਗੁਰਾਂ ਦੀ ਸਿੱਖਿਆ ਦੁਆਰਾ ਉਸ ਦੇ ਹਿਰਦੇ ਵਿੱਚ ਪ੍ਰਗਟ ਹੋਇਆ ਹੈ। ਲਿਵ ਲਾਗੀ ਨਾਮ ਤਜ ਦੂਜਾ ਭਾਵ। ਉਸ ਪੁਰਖ ਦੀ ਤੇਰੇ ਨਾਮ ਦੇ ਵਿੱਚ ਹੀ ਲਿਵ ਬਿਰਤੀ ਲੱਗੀ ਰਹਿੰਦੀ ਹੈ ਅਤੇ ਉਸਨੇ ਦੁਐਤ ਭਾਵ ਵੀ ਤਿਆਗ ਦਿੱਤਾ ਹੈ। ਜਨ ਨਾਨਕ ਹਰ ਗੁਰ ਗੁਰ ਮਿਲਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਹਰੀ ਪ੍ਰਭੂ, ਇਸ ਲਈ ਮੈਂ ਦਾਸ ਨੂੰ ਪੂਜਨੀ ਗੁਰੂ ਦੇ ਨਾਲ ਮਿਲਾਉਣਾ ਕਰੋ, ਜਾਂ ਹੇ ਹਰੀ ਤੂੰ ਗੁਰੂ ਨਾਲ ਤੇ ਗੁਰੂ ਤੇਰੇ ਨਾਲ ਮਿਲ ਕੇ ਏਕਤਾ ਕਰਵਾ ਦਿੰਦਾ ਹੈ। ਬਸੰਤ ਮਹਲਾ ਪਹਿਲਾ। ਬਸੰਤ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ਼ੋਭਾਵਨ ਉਪਦੇਸ਼ ਉਚਾਰ ਰਹੇ ਹਨ। ਮੇਰੀ ਸਖੀ ਸਹੇਲੀ ਸੁਨਹੁ ਪਾਈ। ਇਹ ਮੇਰੀ ਸ਼ਰਧਾ ਵਾਲੀਓ ਸਖੀਓ ਅਤੇ ਭਗਤੀ ਵਾਲੀਓ ਮਹਾਤਮਾ ਰੂਪ ਸਹੇਲੀਓ, ਮੇਰੀ ਬੇਨਤੀ ਪ੍ਰੇਮ ਦੇ ਨਾਲ ਸੁਣਨਾ ਕਰੋ। ਮੇਰਾ ਪਿਰਦੀ ਸਾਲੂ ਸੰਗ ਸਾਈ। ਮੇਰਾ ਪਤੀ ਪਰਮਾਤਮਾ ਰਿਸਾਲੋ ਸੁੰਦਰ ਰਸਾਂ ਦਾ ਘਰ ਹੈ ਅਤੇ ਉਹ ਸਦਾ ਹੀ ਮੇਰੇ ਨਾਲ ਵਸਦਾ ਹੈ। ਸਦਾ ਅੰਗ ਸੰਗੇ ਅਪੰਗੰ ਵਿਭੂਤੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਓ ਅਲਖ ਨਾ ਲਖੀਐ ਕਹਹੁ ਕਾਇ। ਉਹ ਪ੍ਰਭੂ ਲਖਣ ਤੋਂ ਰਹਿਤ ਹੈ, ਜੋ ਜਾਣਿਆ ਨਹੀਂ ਜਾਂਦਾ। ਫਿਰ ਕਿਸ ਦੇ ਤਾਈਂ ਕਹਿਣਾ ਕਰੀਏ ਕਿ ਉਹ ਕੈਸਾ ਹੈ। ਗੁਰ ਸੰਗ ਦਿਖਾਇਓ RAM ਰਾਇ। ਉਹ ਰਾਜਾ ਸਰੋ ਪ੍ਰਕਾਸ਼ ਰੂਪ ਪਰਮਾਤਮਾ ਗੁਰਾਂ ਨੇ ਮੇਰੇ ਨਾਲ ਹੀ ਵਸਦਾ ਵਿਖਾ ਦਿੱਤਾ ਹੈ। ਮਿਲ ਸਕੀ ਸਹੇਲੀ ਹਰ ਗੁਣ ਬਨੇ। ਸ਼ਰਧਾ ਵਾਲੀਓ ਸਖੀਓ ਅਤੇ ਭਗਤੀ ਵਾਲੀਓ ਮਹਾਤਮਾ ਰੂਪ ਸਹੇਲੀਓ, ਤੁਹਾਡੇ ਨਾਲ ਮਿਲ ਕੇ ਪਰਮਾਤਮਾ ਦੇ ਗੁਣ ਸਾਡੇ ਹਿਰਦੇ ਵਿੱਚ ਬਣ ਰਹੇ ਨੇ, ਫਬ ਰਹੇ ਹਨ। ਹਰ ਪ੍ਰਭ ਸੰਗ ਖਿਲੈ ਵਰ ਕਾ ਮਨ। ਹਰੇ ਭਰੇ ਕਰਨ ਵਾਲੇ ਪਤੀ ਪਰਮਾਤਮਾ ਮਹਾਤਮਾ ਰੂਪ ਇਸਤਰੀਆਂ ਦੇ ਨਾਲ ਪ੍ਰੇਮ ਦੀ ਖੇਡ ਖੇਡਦੇ ਹਨ। ਗੁਰਮੁਖ ਖੋਜਤ ਮਨ ਮਨੇ। ਮੁਖੀ ਗੁਰਾਂ ਦੁਆਰਾ ਪ੍ਰਭੂ ਨੂੰ ਲੱਭਦੇ ਹੋਇਆਂ ਉਹਨਾਂ ਦੇ ਹਿਰਦੇ ਉਸ ਦੇ ਪ੍ਰੇਮ ਦੇ ਵਿੱਚ ਮੰਨ ਗਏ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਮਨ ਮੁਖੀ ਦੁਹਾਗਣ ਨਾਹਿ ਪੇਉ। ਮਨਮੁਖ ਜੀਵ ਰੂਪ ਇਸਤਰੀਆਂ ਛੁੱਟੜ ਇਸਤਰੀਆਂ ਦੀ ਨਿਆਈ ਨੇ, ਉਹਨਾਂ ਨੂੰ ਪ੍ਰਭੂ ਪਤੀ ਨਾਲ ਮਿਲਣ ਦਾ ਕੋਈ ਭੇਤ ਨਹੀਂ ਹੈ ਕਿ ਉਹ ਜੋ ਪਰਮਾਤਮਾ ਹੈ। ਉਹ ਘਟ ਘਟ ਰਾਵੈ ਸਰਬ ਪ੍ਰੇਉ। ਉਹ ਵਾਹਿਗੁਰੂ ਘਟਾਂ ਘਟਾਂ ਸਰੀਰਾਂ ਦੇ ਅੰਦਰ
ਰਾਵੈ ਆਨੰਦ ਮਾਣ ਰਿਹਾ ਹੈ ਅਤੇ ਸਾਰਿਆਂ ਦਾ ਉਹ ਪਿਆਰਾ ਹੈ। ਗੁਰਮੁਖ ਥਿਰ ਚੀਨੈ ਸੰਗ ਦੇਵ। ਗੁਰਮੁਖ ਰੂਪ ਸੁਹਾਗਵੰਤੀਆਂ ਪ੍ਰਕਾਸ਼ ਰੂਪ ਪ੍ਰਭੂ ਨੂੰ ਆਪਣੇ ਨਾਲ ਵਸਦਾ ਜਾਣ ਕੇ ਸਥਿਤ ਹੋਈਆਂ ਹਨ। ਗੁਰ ਨਾਮ ਦ੍ਰਿੜਾਇਆ ਜਪ ਜਪਿਓ। ਗੁਰੂ ਜੀ ਨੇ ਉਹਨਾਂ ਨੂੰ ਪਰਮਾਤਮਾ ਦਾ ਨਾਮ ਦ੍ਰਿੜ ਕਰਵਾ ਦਿੱਤਾ, ਪਰਪੱਕ ਕਰਵਾ ਦਿੱਤਾ ਹੈ। ਜੋ ਨਾਮ ਉਹ ਆਪ ਜਪਦੀਆਂ ਅਤੇ ਹੋਰਨਾਂ ਨੂੰ ਜਪਾਉਂਦੀਆਂ ਹਨ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਬਿਨ ਗੁਰ ਭਗਤ ਨਾ ਪਾਉ ਹੋਏ। ਇਹ ਭਾਈ ਗੁਰੂ ਤੋਂ ਬਿਨਾ ਕਿਸੇ ਕੋਲੋਂ ਪ੍ਰੇਮਾ ਭਗਤੀ ਨਹੀਂ ਹੋ ਸਕਦੀ। ਬਿਨ ਗੁਰ ਸੰਤ ਨਾ ਸੰਗ ਦੇ। ਗੁਰੂ ਧਾਰਨ ਕੀਤੇ ਤੋਂ ਬਿਨਾ ਸ਼ਾਂਤਚਿਤ ਮਹਾਤਮਾ ਵੀ ਸਾਥ ਨਹੀਂ ਦਿੰਦੇ, ਜਾਂ ਸੰਤ ਭਾਵ ਸ਼ਾਂਤੀ ਆਦਿ ਗੁਣ ਵੀ ਉਸ ਦਾ ਸਾਥ ਨਹੀਂ ਦਿੰਦੇ। ਬਿਨ ਗੁਰ ਅੰਦਰੇ ਤੰਦਰੋਏ। ਇਹ ਭਾਈ ਗੁਰੂ ਧਾਰਨ ਕੀਤੇ ਤੋਂ ਬਿਨਾ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਵਿਚਾਰ ਰੂਪ ਨਿਗਾਹ ਤੋਂ ਬਿਨਾ ਅਗਿਆਨੀ ਜੀਵ ਧੰਦਿਆਂ ਦੇ ਵਿੱਚ ਹੀ ਰੋਂਦੇ ਰਹਿੰਦੇ ਹਨ। ਮਨ ਗੁਰਮੁਖ ਨਿਰਮਲ ਮਲ ਸ਼ਬਦ ਕੋਇ। ਪਰ ਗੁਰਮੁਖ ਜਨਾਂ ਦਾ ਮਨ ਉਜਲ ਹੈ, ਕਿਉਂਕਿ ਉਹ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਆਪਣੇ ਅੰਦਰੋਂ ਪਾਪਾਂ ਵਿਕਾਰਾਂ ਆਦਿਕ ਦੀ ਮੈਲ ਨੂੰ ਨਾਸ਼ ਕਰ ਲੈਂਦੇ ਨੇ। ਗੁਰ ਮਨ ਮਾਰਿਓ ਕਰ ਸੰਜੋਗ। ਸਤਿਗੁਰਾਂ ਨੇ ਪਰਮਾਤਮਾ ਦੇ ਨਾਮ ਦਾ ਸੰਜੋਗ ਬਣਾ ਕੇ, ਸੰਬੰਧ ਬਣਾ ਕੇ ਜਾਂ ਮਿਲਾਪ ਕਰਵਾ ਕੇ ਜਿਸ ਦਾ ਮਨ ਮੰਦੇ ਸੁਭਾਅ ਵੱਲੋਂ ਮਾਰ ਦਿੱਤਾ ਹੈ। ਐਨੇ ਸਰਾਵੇ ਭਗਤ ਜੋਗ। ਉਹ ਦਿਨ ਰਾਤ ਭਗਤੀ ਵਿੱਚ ਜੁੜਿਆ ਹੋਇਆ ਪਰਮਾਤਮਾ ਦੇ ਆਨੰਦ ਨੂੰ ਮਾਣਦਾ ਰਹਿੰਦਾ ਹੈ, ਮਨ ਨਾ ਕਰਦਾ ਹੈ। ਗੁਰ ਸੰਤ ਸਭਾ ਦੁਖ ਮਿਟੈ ਰੋਗ। ਗੁਰਾਂ ਦੇ ਸ਼ਾਂਤ ਚਿਤ ਮਹਾਤਮਾ ਜਨਾਂ ਦੀ ਸਭਾ ਦੇ ਵਿੱਚ, ਸੰਗਤ ਦੇ ਵਿੱਚ ਜਾਂ ਗੁਰੂ ਅਤੇ ਸੰਤਾਂ ਦੀ ਸੰਗਤ ਵਿੱਚ ਜੰਮਣ ਮਰਨ ਦਾ ਦੁੱਖ ਅਤੇ ਹੰਕਾਰ ਆਦਿਕ ਦਾ ਰੋਗ ਮਿਟ ਜਾਂਦਾ ਹੈ। ਸਭ ਰੋਗ ਮਿਟਾਵੇ ਨਵਾਂ ਨਿਰੋਆ, ਨਾਨਕ ਰੱਖਾ ਆਪੇ ਹੋਆ। ਜਨ ਨਾਨਕ ਹਰ ਵਾਰ ਸਹਿਜ ਜੋਗ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾਸਾ ਭਾਵ ਧਾਰਨ ਕਰਕੇ ਕਥਨ ਕਰਦੇ ਨੇ ਕਿ ਉਹ ਪਤੀ ਪਰਮਾਤਮਾ ਵਿੱਚ ਸਹਿਜ ਸੁਭਾਵਕ ਹੀ ਜੁੜ ਜਾਂਦਾ ਹੈ, ਜਾਂ ਜੋ ਗੁਰਾਂ ਦੁਆਰਾ ਪਤੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ ਜਾਂ ਬ੍ਰਹਮਾਕਾਰ ਧਰਤੀ ਕਰਕੇ ਅਭੇਦ ਹੋਣਾ, ਇਹ ਸਹਿਜ ਜੋਗ ਹੈ। ਬਸੰਤ ਮਹੱਲਾ ਪਹਿਲਾ। ਬਸੰਤ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਸ਼ਬਦ ਉਚਾਰਨ ਕਰਕੇ ਮਨ ਨੂੰ ਸੰਬੋਧਨ ਕਰਦੇ ਹੋਏ ਗੁਰੂ ਦੀ ਮਹਿਮਾ ਵਰਣਨ ਕਰਦੇ ਹਨ। ਆਪੇ ਕੁਦਰਤ ਕਰੇ ਸਾਜ। ਇਹ ਮਨਾ ਪਰਮਾਤਮਾ ਆਪ ਹੀ ਆਪਣੀ ਸ਼ਕਤੀ ਨਾਲ ਸੰਸਾਰ ਨੂੰ ਰਚਨਾ ਕਰਦਾ ਹੈ। ਸੱਚ ਆਪ ਨਬੇੜੇ ਰਾਜ ਰਾਜ। ਉਹ ਰਾਜਿਆਂ ਦਾ ਰਾਜਾ ਰੂਪ ਹੋ ਕੇ ਆਪ ਹੀ ਸੱਚਾ ਨਿਆਂ ਨਿਬੇੜਦਾ ਹੈ। ਇੱਕ ਰਾਜ ਦੇ ਜਜੇ ਨੂੰ ਔਂਕੜ ਹੈ, ਇੱਕ ਨੂੰ ਸਿਆਰੀ ਹੈ। ਇਹ ਗੁਰੂ ਸਾਹਿਬ ਦੀ ਮੌਜ ਹੈ। ਅਰਥ ਇੱਕੋ ਹੀ, ਰਾਜਿਆਂ ਦਾ ਰਾਜਾ ਰੂਪ ਹੋ ਕੇ ਉਹ ਸੱਚਾ ਨਿਆਂ ਨਿਬੇੜਦਾ ਕਰਦਾ ਹੈ।
ਜਾਂ ਜਿਨ੍ਹਾਂ ਦੇ ਅੰਦਰ ਸੱਚਾ ਆਪ ਸਰਵਣ ਮੰਨਣ ਰੂਪ ਹੋ ਕੇ ਵਸਿਆ, ਉਹਨਾਂ ਦੇ ਜੰਮਣ ਮਰਨ ਦਾ ਨਵੇੜਾ ਹੋ ਜਾਂਦਾ ਹੈ ਅਤੇ ਉਹ ਰਾਜਿਆਂ ਦੇ ਰਾਜੇ ਬ੍ਰਹਮ ਗਿਆਨੀ ਬਣ ਜਾਂਦੇ ਨੇ। ਜਾਂ ਉਹਨਾਂ ਨੂੰ ਆਪਣੇ ਸਰੂਪ ਦਾ ਰਾਜ ਭੇਦ ਦੱਸ ਕੇ ਅਤੇ ਉਹਨਾਂ ਦੇ ਅੰਦਰ ਗਿਆਨ ਦਾ ਰਾਜ ਪ੍ਰਕਾਸ਼ ਕਰਕੇ ਸਦਾ ਪ੍ਰਭੂ ਆਪ ਹੀ ਉਹਨਾਂ ਦੇ ਜੰਮਣ ਤੇ ਮਰਨ ਦੇ ਗੇੜੇ ਨੂੰ ਨਵੇੜ ਸੁੱਟਦਾ ਹੈ। ਓੜਕ ਸੱਚ ਰਹੀ ਅੰਦਨੋਂ ਉੱਥੇ ਸੱਚੇ ਹੀ ਸੱਚ ਨਿਬੜੈ। ਚੁਰਮਟ ਕੱਢੇ ਜਿਤ ਮੰਨ ਲਿਆ, ਸੱਚ ਤੇ ਹੀ ਫੈਸਲਾ ਨਿਬੜਦਾ ਹੈ। ਮਾਤੇ ਉਤਮ ਸੰਗ ਸਾਥ। ਇਹ ਮਨ ਜਿਨ੍ਹਾਂ ਨੂੰ ਸ੍ਰੇਸ਼ਟ ਗੁਰਾਂ ਦੀ ਸਿੱਖਿਆ ਪ੍ਰਾਪਤ ਹੋਈ ਹੈ, ਪਰਮਾਤਮਾ ਸਦੀਵ ਉਹਨਾਂ ਦੇ ਨਾਲ ਸਾਥੀ ਹੋ ਕੇ ਭਾਵ ਅੰਗ ਸੰਗ ਰਹਿੰਦਾ ਹੈ। ਇਸੇ ਪ੍ਰਕਾਰ ਗੁਰਮਤਿ ਉਤਮ ਸੰਗ ਸਾਥ। ਜਿਨ੍ਹਾਂ ਨੇ ਗੁਰਮਤ ਨੂੰ ਧਾਰਨ ਕੀਤਾ ਹੈ, ਉਹ ਗੁਰਮਤ ਦੇ ਸੰਗੀ ਹੋ ਕੇ ਉਤਮ ਪੁਰਖ ਬਣ ਗਏ ਹਨ ਅਤੇ ਪ੍ਰਭੂ ਸਦਾ ਹੀ ਉਹਨਾਂ ਦੇ ਨਾਲ ਵਸਦਾ ਹੈ। ਹਰਿ ਨਾਮ ਰਸਾਇਣ ਸਹਿਜ ਆਥ। ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਚਿੱਤ ਨੂੰ ਰਸਾਉਣਾ ਕੀਤਾ ਹੈ, ਉਹਨਾਂ ਨੂੰ ਆਤਮਕ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਮਤ ਬਿਸਰਸ ਰੇ ਮਨ ਰਾਮ ਬੋਲ। ਇਹ ਮੇਰੇ ਮਨਾ ਤੂੰ ਪ੍ਰਮਾਤਮਾ ਦਾ ਨਾਮ ਬੋਲ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਤੇ ਉੱਚੀ ਬੋਲਣਾ ਚਾਹੀਦਾ ਹੈ। ਬੋਲ ਹਰ ਨਾਮ ਸਫਲ ਸਾ ਕਰੀ। ਜਦੋਂ ਉੱਚੀ ਬੋਲਦੇ ਆ, ਥਕਾਵਟ ਮਹਿਸੂਸ ਹੋਵੇ, ਸਿਰ ਤੇ ਭਾਰ ਪੈਣ ਲੱਗ ਪੈਂਦਾ, ਕਈ ਵਾਰ ਵੈਸੇ ਥੱਕ ਜਾਈਦਾ, ਗਲਾ ਵੀ ਥੱਕ ਜਾਂਦਾ, ਤੇ ਉਹਦੇ ਤੋਂ ਬਾਅਦ ਆਪਣੇ ਆਪ ਹੀ ਹੌਲੀ ਹੋ ਜਾਂਦਾ। ਉਹ ਆਪਣੇ ਆਪ ਹੀ ਹੋਊਗਾ। ਉੱਚੀ ਬੋਲਣ ਦਾ ਫਾਇਦਾ ਇਹ ਹੁੰਦਾ ਹੈ ਕਿ ਅਸੀਂ ਜੋ ਵੀ ਕੁਛ ਪੜ੍ਹਦੇ ਹਾਂ, ਸਾਡੀ ਜ਼ੁਬਾਨ ਤਾਂ ਪੜ੍ਹੀ ਜਾਂਦੀ ਹੈ ਤੇ ਕੰਨ ਜਿਹੜੇ ਨੇ ਉਹ ਨਿੰਦਿਆ ਚੁਗਲੀ ਸੁਣਦੇ ਰਹਿੰਦੇ ਨੇ। ਮੰਨ ਲਓ ਕਿਸੇ ਘਰ ਸ੍ਰੀ ਅਖੰਡ ਪਾਠ ਸਾਹਿਬ ਰੱਖਿਆ ਹੈ, ਅੱਜ ਕੱਲ੍ਹ ਵਿਆਹਾਂ ਦਾ ਬੜਾ ਜ਼ੋਰ ਹੈ, ਤੇ ਸਾਡੇ ਕੋਲੋਂ ਇੱਕ ਨਿੱਕੀ ਨਿੱਕੀ ਗੱਲ ਤੁਸੀਂ ਪੁੱਛ ਲਓ ਵੀ ਫਲਾਣੇ ਘਰ 'ਚ ਕਿਹੜੀ ਗੱਲ ਹੋਈ, ਤੇ ਉਹਨਾਂ ਨੂੰ ਜਾ ਕੇ ਪੁੱਛ ਲਓ ਵੀ ਬਾਬਾ ਕੀ ਪੜ੍ਹ ਕੇ ਗਿਆ। ਉਲਟਾ ਕੰਮ ਹੈ। ਚਾਹੀਦਾ ਤਾਂ ਇਹ ਹੈ ਵੀ ਅਸੀਂ ਬੋਲੀਏ ਉੱਚੀ ਤੇ ਉਹ ਸਾਰੇ ਟੱਬਰ ਵਾਲੇ ਬੈਠ ਕੇ ਗੁਰਬਾਣੀ ਸੁਣਨ। ਪਰ ਹੁੰਦਾ ਕੀ ਹੈ ਵੀ ਜੇ ਬਾਬਾ ਬੋਲਦਾ ਵੀ ਹੈ ਤੇ ਉਹਦੀ ਗੱਲ ਉਹ ਸੁਣਦੇ ਨਹੀਂ। ਗੁਰਬਾਣੀ ਦੇ ਸ਼ਬਦ ਕੰਨਾਂ 'ਚ ਪੈਣ ਹੀ ਨਹੀਂ ਦਿੰਦੇ, ਪਾਸੇ ਪਾਸੇ ਦੀ ਲੰਘ ਜਾਂਦੇ। ਨਾਲੇ ਮਟਰ ਕੱਢੀ ਜਾਣਗੇ, ਗੋਭੀ ਚੀਰੀ ਜਾਣਗੇ, ਨਾਲੇ ਆਲਦੀ ਦਿੰਦੇ ਆ ਜਬੜੀ। ਉਹ ਫਲਾਣੇ ਦੇ ਨਿਉਂਗੇ ਕਿੰਨੇ ਆਏ, ਕਿਹਨੂੰ ਕਾਰਡ ਦੇਣਾ, ਕਿਵੇਂ ਡੱਬਾ, ਕਿਵੇਂ ਉਹ ਕੌਣ ਆਇਆ ਕੌਣ ਗਿਆ। ਬਸ ਇੱਕ ਰਿਵਾਜ ਬਣ ਗਿਆ ਹੈ। ਮਤਲਬ ਅਸੀਂ ਆਪਦੇ ਕੰਨਾਂ ਦੇ ਵਿੱਚ ਗੁਰਬਾਣੀ ਨੂੰ ਸੁਣਦੇ ਨਹੀਂ ਹਾਂ। ਸੁਣਨ ਤੋਂ ਬਗੈਰ ਜੇ ਪੜ੍ਹੀ ਵੀ ਜਾਈਏ ਤਾਂ ਵੀ ਪੂਰਾ ਲਾਭ ਨਹੀਂ ਮਿਲਦਾ। ਸੁਣਨ ਦਾ ਡਬਲ ਲਾਭ ਹੈ। ਸੁਣਤੇ ਪੁਨੀਤ ਕਹਤੇ ਪਵਿੱਤ। ਕਹਿਣ ਵਾਲਾ ਪਵਿੱਤਰ ਹੈ, ਸੁਣਨ ਵਾਲਾ ਪੁਨੀਤ ਹੈ। ਸਤਿਗੁਰ ਰਹਿਆ ਭਰ ਪੂਰੇ। ਸਤਿਗੁਰੂ ਸਭਨਾਂ ਦੇ ਵਿੱਚ ਪਰਿਪੂਰਨ ਹੋ ਕੇ ਮਿਲ ਰਿਹਾ। ਮਹਾਰਾਜ ਦਾ ਵਚਨ ਹੈ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜੇ ਅਸੀਂ ਗੁਰਬਾਣੀ ਨੂੰ ਸੁਣਾਂਗੇ, ਕਈ ਬਹੁਤ ਤਗੜਾ ਬਹਾਨਾ ਲਾਉਂਦੇ ਨੇ, ਅਖੇ ਜੀ ਸਾਨੂੰ ਸਮਝ ਨਹੀਂ ਆਉਂਦੀ। ਦੱਸੋ ਕਿੰਨਾ ਕੁ ਔਖਾ ਕੰਮ ਹੈ ਪੰਜਾਬੀ ਬੋਲੀ ਹੈ। ਜੇ ਅੰਗਰੇਜ਼ੀ ਲਿਖੀ ਹੁੰਦੀ ਤੇ ਮੈਂ ਕਈ ਵਾਰੀ ਬੈਠ ਕੇ ਸੋਚਦਾ ਵੀ ਜਿਵੇਂ ਹਾਈਲਾਈਟਸ ਨੇ,
ਸਾਡੇ ਨਿਆਣਿਆਂ ਨੂੰ ਵਕਤ ਪਾਇਆ ਹੋਇਆ, ਫਿਰ ਗੁਰਬਾਣੀ ਆਪਾਂ ਕਿਵੇਂ ਪੜ੍ਹਦੇ? ਨਾ ਕੋਈ ਫਾਰਸੀ ਹੈ, ਨਾ ਕੋਈ ਹਿੰਦੀ ਹੈ, ਨਾ ਕੋਈ ਅੰਗਰੇਜ਼ੀ ਹੈ, ਬਿਲਕੁਲ ਠੇਠ ਪੰਜਾਬੀ ਹਮਾਰੇ ਥਾਰੇ ਵੀ ਲਿਖਿਆ ਹੋਇਆ ਜੋ ਅਸੀਂ ਬੋਲਦੇ ਹਾਂ। ਸਾਡੀ ਆਪਦੀ ਘਰਾਂ ਵਾਲੀ ਬੋਲੀ ਵਿੱਚ ਮਹਾਰਾਜ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ। ਆਪਾਂ ਫਿਰ ਵੀ ਬਹਾਨਾ ਲਾਉਂਦੇ, ਸਾਨੂੰ ਸਮਝ ਨਹੀਂ ਆਉਂਦੀ ਜੀ। ਗੁਰਬਾਣੀ ਜੇ ਆਪਾਂ ਸੁਣਾਂਗੇ ਹੀ ਨਹੀਂ ਤਾਂ ਸਮਝ ਆਊਗੀ ਕਿਵੇਂ? ਪਾਠ ਦੀ ਸਮਝ ਨਹੀਂ ਆਉਂਦੀ ਜੀ, ਪਾਠ ਕਰਨਾ ਨਹੀਂ ਆਉਂਦਾ ਜੀ, ਸਾਡੇ ਕੋਲ ਪੜ੍ਹਿਆ ਨਹੀਂ ਜਾਂਦਾ ਜੀ, ਜਾਪ ਸਾਹਿਬ ਬੜਾ ਕਠਿਨ ਹੈ। ਹੋਰ ਆਪਾਂ ਕਈ ਕੰਮ ਸਿੱਖਦੇ ਹਾਂ, ਜੇ ਕੋਸ਼ਿਸ਼ ਕਰਾਂਗੇ ਤਾਂ ਹੀ ਮਹਾਰਾਜ ਕਿਰਪਾ ਕਰੂਗਾ। ਕੀਰਤਨ ਸੁਣਾਂਗੇ ਤਾਂ ਹੀ ਸਾਨੂੰ ਸਮਝ ਆਊਗੀ। ਪੱਕੀ ਗਰੰਟੀ, ਜੇ ਤੁਹਾਡੇ ਕੋਲ ਕਾਗਜ਼ ਜਾਂ ਪੈਨ ਹੈ, ਸਾਡੇ ਕੋਲ ਸਾਈਨ ਕਰਾ ਕੇ ਲੈ ਜਾਓ, ਲਿਖ ਕੇ ਦਿੰਦੇ ਆ। ਜਿਹਨੂੰ ਸਮਝ ਨਹੀਂ ਆਉਂਦੀ, ਬਹੁਤ ਵਧੀਆ ਤਰੀਕਾ ਹੈ। ਅੱਜ ਕੱਲ੍ਹ ਸਾਰਿਆਂ ਦੇ ਘਰਾਂ ਦੇ ਵਿੱਚ ਸਾਇੰਸ ਦੇ ਸਾਧਨ ਨੇ, ਘਰੋਂ ਘਰ ਮੋਬਾਈਲ ਹੈ, ਨੈਟ ਆਦਿਕ ਹੈ। ਤੁਸੀਂ ਅੰਮ੍ਰਿਤ ਵੇਲੇ 3 ਵਜੇ ਸੱਚਖੰਡ ਹਰਿਮੰਦਰ ਸਾਹਿਬ ਦਾ ਕੀਰਤਨ ਲਾਓ ਤੇ ਨਾਲ ਮਾਲਾ ਬੈਠ ਕੇ ਮਾਲਾ ਫੜ ਕੇ ਚੌਂਕੜਾ ਮਾਰ ਕੇ ਬੈਠ ਜਾਓ। ਆਪਦੇ ਮੂੰਹ ਤੋਂ ਵਾਹਿਗੁਰੂ ਕਰੀ ਜਾਓ ਤੇ ਜੋ ਕੀਰਤਨ ਹੁੰਦਾ ਉਹਨੂੰ ਸੁਣੀ ਜਾਓ। ਜਦ ਮਹਾਰਾਜ ਦਾ ਪ੍ਰਕਾਸ਼ ਹੁੰਦਾ, ਤੁਸੀਂ ਕਿਤੇ ਵੇਖਿਓ ਟੀਵੀ ਲਾ ਕੇ, ਜਿਨ੍ਹਾਂ ਤੇ ਘਰ ਟੀਵੀ ਹੈ, ਉਹ ਜਿਹੜੇ ਗੁਰਮੁਖ ਸਵਈਏ ਪੜ੍ਹਦੇ ਨੇ ਉਹ ਸਾਡੇ ਵਰਗੇ ਬਾਬੇ ਨਹੀਂ ਹਨ। ਸਾਡੇ ਮਨਾਂ 'ਚ ਭੁਲੇਖਾ ਹੈ, ਇਹ ਠੇਕੇਦਾਰੀ ਸਿਸਟਮ ਹੈ ਵੀ ਬਾਬਿਆਂ ਨੂੰ ਠੇਕਾ ਦੇ ਦਿੱਤਾ ਵੀ ਅਖੰਡ ਪਾਠ ਤੁਸੀਂ ਕਰਨਾ, ਰੁਪਈਆ 5000 ਤੁਹਾਡਾ ਪੱਕਾ, ਤੁਸੀਂ ਕੀਰਤਨ, ਤੁਸੀਂ ਕਥਾ, ਤੁਸੀਂ ਸਭ ਕੁਝ ਕਰਨਾ। ਗ੍ਰੰਥੀ ਬਾਬੇ ਨੂੰ ਗੁਰਦੁਆਰੇ ਦੀਆਂ ਚਾਬੀਆਂ ਫੜਾ ਕੇ ਵੀ ਗੁਰਦੁਆਰੇ ਦਾ ਠੇਕਾ ਤੇਰਾ ਹੈ। ਮਹਾਰਾਜ ਨੂੰ ਸੱਚਖੰਡ ਜੋ ਲਿਆਉਣਾ, ਪ੍ਰਕਾਸ਼ ਕਰਨਾ, ਸੁੱਖ ਹਾਸਲ ਕਰਨਾ ਤੇਰੀ ਜ਼ਿੰਮੇਵਾਰੀ ਹੈ, ਸਾਡਾ ਕੋਈ ਮਤਲਬ ਨਹੀਂ। ਨਾ ਪ੍ਰਕਾਸ਼ ਤੇ ਹੋਣਾ, ਨਾ ਸੁੱਖ ਹਾਸਲ, ਨਾ ਕੋਈ ਦਿਨੇ ਫੇਰਾ ਪਾਉਣਾ। ਅੱਜ ਕੱਲ੍ਹ ਤਾਈਓ ਪਿੰਡਾਂ ਦੇ ਵਿੱਚ ਪੈਸਾ ਲੋਕਾਂ ਕੋਲ ਬਹੁਤਾ ਹੈ, ਗੁਰਦੁਆਰੇ ਬਣਾਉਣੇ ਕੋਈ ਔਖੇ ਨਹੀਂ। ਗੋਲਕ ਅੱਗੇ ਰੱਖ ਕੇ ਉੱਤੇ ਲਿਖ ਦਿੰਦੇ ਗੁਰੂ ਦੀ ਗੋਲਕ, ਖੋਲ੍ਹਦੇ ਆਪ ਨੇ। ਗ੍ਰੰਥੀ ਨੂੰ ਕਹਿੰਦੇ ਗੁਰੂ ਕਾ ਵਜ਼ੀਰ, ਇੱਜ਼ਤ ਕਰਦਾ ਕੋਈ ਨਹੀਂ। ਤੇ ਇਸ ਵਾਸਤੇ ਕਮੇਟੀਆਂ ਚੜਾਵੇ ਚੁੱਕਣ ਵਾਸਤੇ ਗਲੋ ਗਲੀ ਹੁੰਦੀਆਂ। ਜਿਹੜਾ ਕਮੇਟੀ ਦਾ ਮੈਂਬਰ ਹੋਵੇ ਉਹਨੂੰ ਆਖੇ ਪੁੱਤ ਇੱਥੇ ਆ, ਸਵੇਰ ਤੋਂ ਲੈ ਕੇ ਤਕਾਲਾਂ ਤੱਕ ਜਿੰਨਾ ਚਿਰ ਮਹਾਰਾਜ ਦਾ ਪ੍ਰਕਾਸ਼ ਹੈ, ਕਮੇਟੀ ਮੈਂਬਰਾਂ ਦੀ ਡਿਊਟੀ ਲਿਸਟ ਬਣਨੀ ਚਾਹੀਦੀ ਹੈ, ਜਿਵੇਂ ਪਾਠੀਆਂ ਦੀ ਬਣਦੀ ਹੈ ਵੀ 2 ਘੰਟੇ ਤੇਰਾ ਪੈਰਾ ਹੀ, ਉਹ 2 ਤੇਰਾ ਤੇ 2 ਤੇਰਾ, ਫਿਰ ਸਵਾਦ ਆਵੇ ਗੋਲਕ ਖੋਲਣ ਦਾ। ਤੇ ਵਿਹਲੇ ਨਹੀਂ ਬਹਿਣਾ, ਇਹ ਨਹੀਂ ਵਰਸ਼ਾ ਪੜ੍ਹਨਾ ਹੈ, ਮਹਾਰਾਜ ਦੀ ਹਜ਼ੂਰੀ 'ਚ ਬੈਠਣਾ ਹੈ। ਗਾਤਰਾ ਪਾਇਆ ਹੋਵੇ, ਨਹਾ ਧੋ ਕੇ ਸੋਹਣੀ ਪੱਗ ਬੰਨੀ ਹੋਵੇ ਤੇ ਸਹਿਜ ਪਾਠ ਰੱਖਿਆ ਹੋਵੇ, ਸਹਿਜ ਪਾਠ ਕਰੋ। ਜਾਂ ਆਪਦੇ ਕਿਸੇ ਧੀ ਪੁੱਤ ਨੂੰ ਲਿਆਓ, ਸਾਰੇ ਪਿੰਡ ਨੂੰ ਸਹਿਜ ਪਾਠ ਵੰਡ ਦੇਣਾ ਚਾਹੀਦਾ। ਮੈਂ ਤਾਂ ਇੱਕੋ ਹੀ ਤਰੀਕਾ ਇਹ ਸੋਚਿਆ ਹੈ, ਕਿਉਂਕਿ ਹਾਂਗਕਾਂਗ ਤੋਂ ਮੈਂ ਸਾਲ ਇੱਕ ਹੈਡ ਗ੍ਰੰਥੀ ਦੀ ਸੇਵਾ ਨਿਭਾ ਕੇ ਆਇਆ। ਉੱਥੇ ਪੂਰੇ ਦੇਸ਼ ਦੇ ਵਿੱਚ ਇੱਕੋ ਹੀ ਗੁਰਦੁਆਰਾ ਹੈ। ਹੁਣ ਤਾਂ ਉਹ ਫਿਰ ਗੱਲ ਕਮੇਟੀਆਂ ਦੀ ਆ ਗਈ, ਚੜਾਵੇ ਵਾਲੀ ਇੱਕ ਹੋਰ ਬਣ ਗਿਆ। ਮੇਰੇ ਵਾਲੀ ਇੱਕੋ ਹੀ ਸੀਗਾ ਤੇ ਸਾਰੀਆਂ ਸੰਗਤਾਂ ਉੱਥੇ ਹੀ ਆਉਂਦੀਆਂ ਤੇ ਉੱਥੇ ਆਪਣਾ ਸਹਿਜ ਪਾਠ ਰੱਖਿਆ ਹੁੰਦਾ ਸੀ। ਕਰਦੇ ਭਾਵੇਂ ਅਸੀਂ ਆਪ ਹੀ ਸੀਗੇ, ਕਿਉਂਕਿ ਗੁਰਦੁਆਰਾ ਇੱਕੋ, ਬਾਬੇ ਬਹੁਤੇ ਉੱਥੇ ਇਕੱਠੇ ਹੋ ਜਾਂਦੇ ਤੇ ਕਈ ਤਾਂ ਵਿਹਲੇ ਥੋੜ੍ਹੋ ਰਹਿਣਾ, ਪਾਠ ਕਰੀ ਜਾਓ ਬਸ। ਮਹਾਰਾਜ ਦੀ ਬੇਦਬੀ ਕਿਉਂ ਹੁੰਦੀ ਹੈ? ਵੀ ਠੇਕਾ ਦਿੱਤਾ ਬਾਬਿਆਂ ਨੂੰ, ਉਹ ਬਾਬਾ ਵਿਚਾਰਾ 5000 4 ਦੇ ਬੱਚੇ ਨਹੀਂ ਪਾਲ ਸਕਦਾ, ਉਹਨੇ ਇੱਧਰ ਉੱਧਰ ਸੱਜੇ ਖੱਬੇ ਵੀ ਕਰਨਾ ਹੋਇਆ। ਕਿਸੇ ਨੇ ਟੈਂਪੂ ਰੱਖਿਆ ਹੋਇਆ, ਕਿਸੇ ਨੇ ਕੋਈ ਹੋਰ ਸਕੀਮਾਂ, ਪਿੰਡਾਂ ਪੁੰਡਾਂ 'ਚ ਜਾਂਦੇ ਨੇ, ਰੋਲਾਂ ਦੇ ਪੈਸੇ ਵੀ ਬਹੁਤੇ ਨਹੀਂ ਬਣਦੇ। ਤੋ ਜਿਹੜੇ ਲੋਕ ਨੇ ਉਹ ਆਪੋ ਆਪਣੇ ਕਾਰੋਬਾਰਾਂ 'ਚ ਮਸਤ ਹਨ,
ਜਿਹੜੇ ਵਿਹਲੇ ਨੇ ਉਹ ਚਾਹ ਪੀ ਕੇ ਤੇ ਮਾਫ ਕਰਨਾ ਦਫ਼ਤਰ 'ਚ ਬੈਠ ਕੇ ਤੁਰ ਜਾਂਦੇ ਨੇ। ਸਾਰੇ ਪਿੰਡ ਨੂੰ ਸਹਿਜ ਪਾਠ ਵੰਡ ਦੇਣਾ ਚਾਹੀਦਾ। ਜਿੱਥੇ ਗੁਰਦੁਆਰਾ ਹੋਵੇ, ਜਦੋਂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ, ਪਿੰਡ ਦੀ ਜ਼ਿੰਮੇਵਾਰੀ ਚਾਹੀਦੀ ਹੈ ਪਹਿਰਾ ਲਾਉਣਾ, ਤਾਂ ਬੇਦ ਵੀ ਰੁਕ ਸਕਦੀ ਹੈ। ਗੁਰਦੁਆਰੇ ਹੁੰਦਾ ਕੋਈ ਨਹੀਂ, ਬਾਬਾ ਵੀ ਆਪਦੇ ਕੰਮ 'ਚ ਇਕੱਲਾ ਬੰਦਾ ਗੁਰੂ ਜੀ ਦਾ ਸਤਿਕਾਰ ਨਹੀਂ ਕਰ ਸਕਦਾ। ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਦਾ। ਤੁਸੀਂ ਇੱਥੇ ਦਰਸ਼ਨ ਕਰ ਰਹੇ ਹੋ, ਇੱਥੋਂ ਦੀ ਵੀ ਇੱਕ ਸਿਫਤ ਹੈ ਵੀ ਇੱਥੇ ਸਹਿਜ ਪਾਠ ਲਗਾਤਾਰ ਜਾਰੀ ਰਹਿੰਦਾ ਹੈ ਅਤੇ ਗੁਰਮੁਖ ਪਿਆਰੇ ਨਿਸ਼ਕਾਮਤਾ ਦੇ ਨਾਲ ਪਾਠ ਕਰਦੇ ਨੇ। ਠੀਕ ਹੈ, ਮਾੜਾ ਮੋਟਾ ਘਾਟਾ ਵਾਧਾ ਲਗਾ ਮਾਤਰਾ ਦਾ ਤਾਂ ਹੁੰਦਾ ਹੀ ਹੈ, ਪਰ ਬੰਦਾ ਪੜ੍ਹਦਾ ਤਾਂ ਸਹੀ ਹੈ। ਜੇ ਹਰੇਕ ਗੁਰਦੁਆਰੇ ਸਹਿਜ ਪਾਠ ਪ੍ਰਾਰੰਭ ਹੋਵੇ, ਜਦੋਂ ਮਹਾਰਾਜ ਦਾ ਪ੍ਰਕਾਸ਼ ਹੋ ਗਿਆ, ਸੁੱਖ ਆਸਣ ਤੱਕ ਸਹਿਜ ਪਾਠ ਹੀ ਹੋਈ ਜਾਵੇ, ਨਾਲੇ ਪਹਿਰਾ ਨਾਲੇ ਪਾਠ ਦਾ ਪਾਠ। ਗੁਰਦੁਆਰਾ ਖਾਲੀ ਨਹੀਂ ਹੋਣਾ ਚਾਹੀਦਾ, ਮਹਾਰਾਜ ਦੀ ਕਿਰਪਾ ਹੋਵੇ। ਸੋ ਜਿਹੜੇ ਭੱਟਾਂ ਦੇ ਸਵਈਏ ਗੁਰਮੁਖ ਪਿਆਰੇ ਪੜ੍ਹਦੇ ਹਰਿਮੰਦਰ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਉਹ ਸਾਡੇ ਬਾਬਿਆਂ ਦੀ ਕੈਟਾਗਰੀ ਚੋਂ ਨਹੀਂ, ਉਹ ਵਪਾਰੀ ਬੰਦੇ ਨੇ। ਕਿਸੇ ਦੀ ਦੁਕਾਨ ਹੈ, ਕਾਰੋਬਾਰ ਹੈ, ਕਿਸੇ ਦੀ ਨੌਕਰੀ ਹੈ, ਕੋਈ ਕੁਝ ਕਰਦਾ ਕੋਈ ਕੁਝ ਕਰਦਾ। ਉਹ ਤਨਖਾਹ ਵਾਲੇ ਪੱਕੇ ਨਹੀਂ ਹਨ। ਹੈ ਨਿਤਨੇਮੀ ਡੇਲੀ ਉਹੀ ਆਉਂਦੇ ਨੇ। ਸੋ ਜਿਹਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ, ਜੀ ਉਹ ਭੱਟਾਂ ਦੇ ਸਵਈਆਂ ਨੂੰ ਪ੍ਰਕਾਸ਼ ਦੇ ਵਕਤ ਸਰਵਣ ਕਰੇ, ਨਾਲੇ ਤਾਂ 10 ਪਾਤਸ਼ਾਹੀਆਂ ਦੇ ਚਰਨਾਂ ਤੇ ਸ਼ਰਧਾ ਵੱਧ ਜਾਊਗੀ, ਤੇ ਨਾਲੇ ਸਾਨੂੰ ਬਾਣੀ ਦੀ ਸਮਝ ਆਉਣ ਲੱਗ ਪਊਗੀ। ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਰਾਗੀ ਕੀਰਤਨ ਕਰਦਾ ਹੋਵੇ ਤੇ ਉਹਦੇ ਅਰਥ ਪਤਾ ਨਾ ਲੱਗਣ, ਕਿਉਂਕਿ ਸਿੱਧੀ ਪੰਜਾਬੀ 'ਚ ਗੁਰਬਾਣੀ ਹੈ। ਤੁਸੀਂ ਸਹਿਜ ਪਾਠ ਦਾ ਨਿਤਨੇਮ ਕਰੋ, ਆਪਦਾ ਗੁਰਬਾਣੀ ਦਾ ਨਿਤਨੇਮ ਸ਼ੁਰੂ ਕਰੋ। ਸਮਝ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਵੇਖੋ, ਲਾਲ ਪੰਡਤ ਦਾ ਹੰਕਾਰ ਤੋੜਨ ਲਈ ਇੱਕ ਛੱਜੂ ਚੀਵਰ ਨੂੰ ਵੀ ਦੇਤੀ ਸੀਗੀ, ਜਿਹੜਾ ਇੱਕ ਵੀ ਅੱਖਰ ਨਹੀਂ ਸੀ ਪੜ੍ਹਿਆ, ਬਲਕਿ ਗੂੰਗਾ ਤੇ ਬੋਲਾ ਸੀਗਾ। ਨਾ ਉਹ ਸੁਣ ਸਕਦਾ ਸੀ, ਨਾ ਉਹ ਪੜ੍ਹ ਸਕਦਾ ਸੀ। ਉੱਥੇ ਮਹਾਰਾਜ ਨੇ ਕਿਰਪਾ ਕਰਦੀ। ਅੱਜ ਤਾਂ ਚੰਗੇ ਭਲੇ ਸਿੰਘ ਸਾਹਿਬ ਹਾਂ, ਗੁਰੂ ਘਰ ਦੇ ਸੇਵਾਦਾਰ ਹਾਂ, ਸਾਨੂੰ ਕਿਉਂ ਨਹੀਂ ਸਮਝ ਆਊਗੀ? ਮਹਾਰਾਜ ਜ਼ਰੂਰ ਕਿਰਪਾ ਕਰੂਗਾ, ਪਰ ਕੋਸ਼ਿਸ਼ ਤਾਂ ਕਰੀਏ। ਜੇ ਬੈਠ ਕੇ ਆਪਾਂ ਸੁਣਾਂਗੇ, ਮਹਾਰਾਜ ਦੀ ਕਿਰਪਾ ਆਪਣੇ ਆਪ ਹੀ ਹੋਣੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਸਿਓ ਰੰਗ। ਗੁਰਦੁਆਰੇ ਦੀ ਗੋਲਕ ਬੱਚਿਆਂ ਦੀ ਪੜ੍ਹਾਈ ਤੇ ਖਰਚਣੀ ਚਾਹੀਦੀ ਹੈ। ਗੁਰੂ ਘਰ ਦੇ ਵਿੱਚ ਸਵੇਰ ਅਤੇ ਸ਼ਾਮ ਕਲਾਸ ਦਾ ਪ੍ਰਬੰਧ ਹੋਵੇ। ਸਾਡੇ ਬੱਚੇ ਇਹ ਨਹੀਂ ਵੀ ਸਕੂਲ ਜਾਂ ਕਾਲਜ ਨਾ ਜਾਣ, ਪਰ ਜਿਹੜਾ ਟਾਈਮ ਇੱਧਰ ਉੱਧਰ ਭਟਕ ਕੇ ਖਰਾਬ ਕਰਦੇ ਨੇ ਗਲਤ ਸੁਸਾਇਟੀ ਦੇ ਵਿੱਚ, ਉਹਨਾਂ ਦੀ ਭਟਕਣਾ ਮੁੱਕ ਜਾਏ। ਹੋਰ ਵੀ ਤਾਂ ਆਪਾਂ ਟਿਊਸ਼ਨਾਂ ਰਖਾਉਂਦੇ ਹਾਂ। ਗੁਰੂ ਘਰ ਦੇ ਵਿੱਚ ਗੁਰਮਤਿ ਦੀ ਵਿਦਿਆ ਹਰੇਕ ਬੱਚੇ ਨੂੰ ਪੜ੍ਹਨੀ ਚਾਹੀਦੀ ਹੈ। ਕਈ ਵਾਰ ਪਾਠੀ ਵਿਚਾਰਾ ਵੇਖਦਾ ਰਹਿੰਦਾ, ਤੇ ਆਪਾਂ 5 ਜਾਂ 10 ਮਿੰਟ ਵੀ ਅਖੰਡ ਪਾਠ ਤੇ ਪਾਠੀ ਸਿੰਘ ਨੂੰ ਨਹੀਂ ਛੱਡ ਸਕਦੇ। ਜਿਹਦੇ ਘਰ ਅਖੰਡ ਪਾਠ ਹੋਵੇ, ਆਨੇ ਬਹਾਨੇ ਪਾਠੀ ਸਿੰਘ ਨੂੰ 5 ਮਿੰਟ 10 ਮਿੰਟ ਸਾਹ ਦਵਾ ਕੇ ਉਹਨੂੰ ਛੱਡਣਾ ਚਾਹੀਦਾ। ਸਾਡੀ ਵੀ ਸੇਵਾ ਮਨਜ਼ੂਰ ਹੋਵੇ, ਸਾਡਾ ਵੀ ਭਲਾ ਹੋਵੇ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ। ਕਹਿੰਦੇ ਗੁਰਬਾਣੀ ਪੜ੍ਹਨ ਦੇ ਨਾਲ ਗੁਰਬਾਣੀ ਗਾਵੇ ਭਾਈ, ਉਹ ਸਬਰ ਸਦਾ ਸੁਖਦਾਈ। ਗਾਉਣ ਦੇ ਨਾਲ ਤੇ ਸੁਣਨ ਦੇ ਨਾਲ ਹੁੰਦੀ ਹੈ। ਆਪਾਂ ਇਸ ਪੰਕਤੀ ਦੇ ਆਧਾਰਿਤ ਵਿਚਾਰ ਕਰ ਰਹੇ ਸੀ। ਮਤ ਬਿਸਰਸ ਰੇ ਮਨ ਰਾਮ ਬੋਲ, ਬੋਲ ਹਰ ਨਾਮ ਸਫਲ ਸਾ ਕਰੀ। ਬੋਲਣ ਤੋਂ ਮੈਂ ਗੱਲ ਸ਼ੁਰੂ ਕੀਤੀ ਹੈ। ਗੁਰੂ ਘਰ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੋ ਆਪਾਂ ਸੁਣਦੇ ਹਾਂ ਉਹ ਸਾਨੂੰ ਵੀ ਬੋਲਣਾ ਆਵੇ। ਮੇਰੇ ਵਰਗੀਆਂ ਕਈਆਂ ਘੋੜੀਆਂ ਪੰਛੀਆਂ ਨੂੰ ਦਾੜੀ ਚੱਟੀ ਹੋ ਜਾਂਦੀ ਹੈ,
ਤੂੰ ਠਾਕੁਰ ਤੁਮ ਪਹਿ ਅਰਦਾਸ। ਇਹੀ ਜਿਹੜਾ ਸ਼ਬਦ ਹੈ, ਪਾਸੇ ਕਰਕੇ ਪੁੱਛ ਕੇ ਵੇਖ ਲਓ ਵੀ ਸ਼ਬਦ ਸੁਣਾ, ਇਹੀ ਨਹੀਂ ਆਉਂਦਾ ਪੜ੍ਹਨਾ। ਉਹ ਹੋਰ ਹੀ ਅੱਖਰ ਆਪਦੇ ਕੋਲੋਂ ਹੀ ਬੋਲੀ ਜਾਣਗੇ। ਜਿਹੜਾ ਦੋਹਰਾ ਪੜ੍ਹੀ ਤਾਂ ਆਗਿਆ ਪਈ ਅਕਾਲ ਕੀ, ਉਹ ਆਪਦੇ ਘਰੋਂ ਹੀ ਅੱਖਰ ਬਣਾ ਕੇ। ਤੋ ਜਿਹੜੀਆਂ ਕਾਮਨ ਪੰਕਤੀਆਂ ਨੇ ਘੱਟੋ ਘੱਟ ਉਹ ਤਾਂ ਯਾਦ ਹੋਣੀਆਂ ਚਾਹੀਦੀਆਂ। ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਸੰਗਤਾਂ ਦੀ ਕਿਰਪਾ ਕੀਤੀ ਹੈ। ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਘਰੋਂ ਘਰ ਬਣੀਆਂ ਹੋਈਆਂ। ਸਾਡੇ ਪਿੰਡ ਵਿੱਚ ਵੀ 3-4 ਨੇ ਉਹ ਅਨਪੜ੍ਹ ਮਾਈਆਂ ਵੀ ਜ਼ਬਾਨੀ ਜਪਜੀ ਸਾਹਿਬ ਪੜ੍ਹਦੀਆਂ। ਇਸ ਲਈ ਜੇ ਸੁਣਾਂਗੇ, ਕੋਸ਼ਿਸ਼ ਕਰਾਂਗੇ ਬੋਲਣ ਦੀ, ਬਾਣੀ ਪੜ੍ਹਨ ਦੀ, ਆਪਣੇ ਆਪ ਜਾਚ ਆਊਗੀ, ਆਪਣੇ ਆਪ ਸਮਝ ਆਊਗੀ। ਇਸ ਲਈ ਇਹ ਮੇਰੇ ਮਨਾ, ਤੂੰ ਪਰਮਾਤਮਾ ਦਾ ਨਾਮ ਬੋਲ ਤਾਂ ਸਹੀ, ਉਚਾਰਨ ਤਾਂ ਕਰ। ਇਸ ਰਾਮ ਨਾਮ ਨੂੰ ਤੂੰ ਮਤਾ ਕਿਤੇ ਭੁੱਲ ਜਾਵੀਂ, ਜਾਂ ਮਤਾ ਵਿਸ਼ਿਆਂ ਦੇ ਵਿੱਚ ਤੂੰ ਪ੍ਰੇਮ ਕਰੇ। ਸੋ ਗੁਰੂ ਘਰ ਦੇ ਵਿੱਚ ਸਪੈਸ਼ਲ ਬਾਣੀ ਸਿਖਾਉਣ ਦਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਕਿਉਂਕਿ ਸਾਨੂੰ ਮੁਸ਼ਕਲਾਂ ਆਈਆਂ, ਮੈਂ ਤਾਂ ਬੇਨਤੀ ਕਰ ਰਿਹਾ। ਜਿਹੜੇ ਗੁਰੂ ਘਰ ਦੇ ਬਾਬੇ ਨੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ, ਤੇ ਇੰਨਾ ਵੱਡਾ ਗੁਰੂ ਗ੍ਰੰਥ ਸਾਹਿਬ ਕੌਣ ਪੜ੍ਹਾਊਗਾ ਦੱਸੋ? ਫਿਰ ਪੋਥੀਆਂ ਨਹੀਂ ਮਿਲਦੀਆਂ। ਘਰਦਿਆਂ ਕੋਲ ਆਪਦੇ ਪੈਸੇ ਨਹੀਂ ਹੈ। ਗੁਰਮਤਿ ਪੜ੍ਹਾਈ 'ਚ ਕਿਸੇ ਦੀ ਰੁਚੀ ਹੋਵੇ ਤੇ ਤਾਂ ਹੀ ਕੋਈ ਪੋਥੀ ਲੈ ਕੇ ਦੇਵੇ। ਤੇ ਇਸ ਵਾਸਤੇ ਇਹ ਸਾਰਾ ਗੁਰੂ ਘਰ ਵੱਲੋਂ ਫ੍ਰੀ ਪ੍ਰਬੰਧ ਹੋਣਾ ਚਾਹੀਦਾ। ਲਾਇਬ੍ਰੇਰੀ ਹੋਵੇ, ਬੱਚੇ ਸਾਡੇ ਗੁਰਮਤਿ ਵਿਦਿਆ ਨੂੰ ਪੜ੍ਹਨ, ਕੋਈ ਸਾਖੀ ਗੁਰੂ ਨਾਨਕ ਸਾਹਿਬ ਦੀ ਪੜ੍ਹਨ, ਸੁਣਨ, ਸਿੱਖਣ, ਗੁਰਬਾਣੀ ਦਾ ਉਚਾਰਨ ਸ਼ੁੱਧ ਹੋਵੇ। ਕੰਪੀਟੀਸ਼ਨ ਰੱਖਿਆ ਜਾਏ, ਮਹੀਨੇ ਬਾਅਦ, ਸਾਲ ਬਾਅਦ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਏ, ਇਨਾਮ ਦਿੱਤੇ ਜਾਣ, ਜਿਸ ਕਰਕੇ ਗੁਰੂ ਸਾਹਿਬ ਦੀ ਸਾਡੇ ਪਰਿਵਾਰਾਂ ਦੇ ਉੱਪਰ ਕਿਰਪਾ ਹੋਵੇ। ਜਿਸ ਤਰ੍ਹਾਂ ਦਾ ਹਾਲ ਚੱਲ ਰਿਹਾ, ਕਿਰਾਏ ਤੇ ਬਾਬੇ ਲਿਆਉਣੇ ਪੈਂਦੇ ਆ ਨਗਰਾਂ ਕੀਰਤਨਾਂ ਦੇ ਵਿੱਚ ਵੀ ਪੰਜਾਂ ਪੈਰਾਂ 'ਚ ਲੱਗਣ ਲਈ। ਆਪਾਂ ਲੱਭਦੇ ਫਿਰਦੇ ਹਾਂ ਵੀ ਪੰਜਾਂ ਪੈਰਾਂ 'ਚ ਲੱਗਣ ਲਈ ਕੋਈ ਬਾਬਾ ਮਿਲੇ। ਕਈਆਂ ਦੇ ਫੋਨ ਆਉਂਦੇ ਨੇ, ਨਗਰ ਦੇ ਵਿੱਚ ਹੀ ਅੰਮ੍ਰਿਤਧਾਰੀ ਤਿਆਰ ਪਰ ਤਿਆਰ ਸਿੰਘ ਮੌਜੂਦ ਹੋਣ, ਕਿਤੇ ਪਾਠ ਰੱਖਿਆ ਹੋਵੇ, ਕੋਈ ਐਮਰਜੈਂਸੀ ਹੈ। ਅੱਜ ਕੱਲ੍ਹ ਪ੍ਰੋਗਰਾਮਾਂ 'ਚ ਗੁਰਮੁਖ ਪਿਆਰੇ ਖੁਦ ਆਪ ਸੇਵਾ ਕਰਨ। ਅੱਜ 70 'ਚ ਮੈਨੂੰ ਫੋਨ ਆਇਆ, ਮੈਂ ਕਿਹਾ ਵੀ ਸਾਡੇ ਕੋਲ ਆਪ ਨੂੰ ਹੈ, ਤੂੰ ਆਪਦੇ ਮੁੰਡੇ ਦਾ ਵਿਆਹ ਰੱਖਣਾ, ਗਾਂ ਪਿਛਾਂ ਰੱਖਦਾ ਜਾਂ ਪਾਠ ਗਾਂ ਪਿਛਾਂ ਕਰ ਲਾ, ਮਹਾਰਾਜ ਦਾ ਗੁਰਪੁਰਬ ਹੈ, ਮੱਧ ਉਸ ਦਿਨ ਕਹਿੰਦਾ ਬਾਬਾ ਜੀ ਹੱਥ ਜੋੜੇ, ਤੁਹਾਡੀ ਆਗਿਆ ਸਿਰ ਮੱਥੇ ਤੇ। ਪਰ ਉਹ ਪ੍ਰਾਹੁਣਿਆਂ ਦੀ ਗੱਲ ਹੁੰਦੀ ਹੈ, ਸਹਿਜ ਪਾਠ ਕਰ ਦੋ, ਤੇ ਜੇ ਅਖੰਡ ਪਾਠ ਰੱਖੋਗੇ ਖੁਦ ਮੈਂ ਆਪ ਤੌਰ ਲਾਊਂਗਾ। ਤੇ ਪ੍ਰਕਾਸ਼ ਵੀ ਮਹਾਰਾਜ ਦਾ ਗੜੀ ਵਾਰਿਆ ਘਰ ਦੇ ਵਿੱਚ, ਔਰ ਉਹਨੇ ਸੰਧਿਆ ਕੀਤੀ ਹੈ ਗਿਆਨੀ ਗੁਰਨਾਮ ਸਿੰਘ ਜੀ ਕੋਲ। ਸਾਡੇ ਟਕਸਾਲ ਦੇ ਗੁਰਮੁਖ ਹੁੰਦੇ ਸੀ, ਇੱਥੇ ਕਥਾ ਕਰਦੇ ਹੁੰਦੇ ਸੀ। ਉਹ ਹੁਣ ਚੜ੍ਹਾਈ ਕਰ ਗਏ ਨੇ, ਉਹਨਾਂ ਕੋਲੋਂ ਬਕਾਇਦਾ ਸੰਧਿਆ ਕੀਤੀ ਹੈ। ਤੇ ਬੈਂਕ ਦੇ ਮੈਨੇਜਰ ਰਿਟਾਇਰ ਹੋਏ ਨੇ, ਬੱਚੇ ਬਾਹਰ ਨੇ, ਕੈਨੇਡਾ ਤੋਂ ਆਏ ਨੇ। ਕਹਿੰਦੇ ਖੁਦ ਮੈਂ ਆਪ ਲੜੀਵਾਰ ਤੋਂ, ਮੇਰੀ ਘਰ ਵਾਲੀ ਵੀ ਜੇ ਕਹੂਗੀ ਉਹ ਵੀ ਰੋਲ ਲਾਊਗੀ। ਜੇ ਕਿਸੇ ਨੂੰ ਛੱਡਣਾ ਕੋਈ ਗੱਲਬਾਤ ਦੱਸੋ। ਮੈਂ ਕਿਹਾ ਵੀ ਫਿਰ ਤਾਂ ਵਧੀਆ ਜੀ। ਬੰਦੇ ਨੂੰ ਤੀਲੇ ਦਾ ਹੀ ਸਹਾਰਾ ਹੁੰਦਾ, ਤੇ ਜੇ ਤੁਸੀਂ ਇਹ ਚੜ੍ਹਦੀ ਕਲਾ ਦਾ ਬਚਨ ਕੀਤਾ ਫਿਰ ਠੀਕ ਹੈ, ਕੋਈ ਗੱਲ ਨਹੀਂ। ਇਸ ਵਾਸਤੇ ਗੁਰੂ ਘਰ ਦੀ ਸੇਵਾ ਲਈ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਹਿੱਤ ਸਾਧ ਸੰਗਤ ਦੇ ਸਹਿਯੋਗ ਦੀ ਲੋੜ ਹੈ। ਜੇ ਸੰਗਤ ਦਾ ਸਹਿਯੋਗ ਹੋਏਗਾ ਤਾਂ ਹੀ ਪੂਰਨ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਰਹਿ ਸਕਦਾ ਹੈ। ਇਸ ਲਈ ਬੋਲਣ ਦੀ ਜਾਚ ਸਿੱਖੋ, ਮਤ ਬਿਸਰਸ ਰੇ ਮਨ ਰਾਮ ਬੋਲ। ਰਾਮ ਨੂੰ ਤਾਂ ਭੁਲਾਇਆ ਹੋਇਆ, ਹੋਰ ਸਾਰੀਆਂ ਗੱਲਾਂ ਸਾਨੂੰ ਯਾਦ, ਜੋ ਮਰਜ਼ੀ ਸਾਥੋਂ ਬੁਲਾ ਲਓ। ਤੋ ਇਸ ਲਈ ਮਹਾਰਾਜ ਕਹਿੰਦੇ ਵੀ ਬੋਲਦਾ ਕਿਉਂ ਨਹੀਂ ਬਾਈ ਤੂੰ? ਇਹੀ ਘਾਟ ਹੈ, ਤਾਂ ਹੀ ਤਾਂ ਅਸੀਂ ਰੋਗੀ ਹਾਂ। ਕਿਉਂ ਸਾਨੂੰ ਪਰੇਸ਼ਾਨੀਆਂ, ਦੁੱਖਾਂ, ਕਲੇਸ਼ਾਂ 'ਚ ਕਿਉਂ ਘਿਰੇ ਹੋਏ ਹਾਂ? ਕਿਉਂ ਸਾਡਾ ਕੁਛ ਨਹੀਂ ਬਣਦਾ? ਕਿਉਂ ਅਸੀਂ ਤਰਲੇ ਮਾਰਦੇ, ਮਿੰਨਤਾਂ ਮਾਰਦੇ ਫਿਰਦੇ ਹਾਂ? ਕਿਉਂਕਿ ਬਾਣੀ ਨਹੀਂ ਪੜ੍ਹਦੇ, ਨਿਤਨੇਮ ਨਹੀਂ ਕਰਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖ ਕੇ ਦਿੱਤਾ ਕਿ ਸਾਨੂੰ ਲੋਕਾਂ ਨੇ ਕਿਉਂ ਘੇਰਿਆ ਹੋਇਆ, ਅਸੀਂ ਪਰੇਸ਼ਾਨ ਕਿਉਂ ਹਾਂ। ਮਹਾਰਾਜ ਕਹਿੰਦੇ ਲਓ ਮੈਂ ਤੁਹਾਨੂੰ ਇੱਕ ਮੁੱਖ ਕਾਰਨ ਦੱਸਦਾ। ਧਨਾਸਰੀ ਮਹੱਲਾ ਪਹਿਲਾ। ਜਿਉ ਤਪਤ ਹੈ ਬਾਰੋ
ਜੀਵਾਤਮਾ ਬਾਰ-ਬਾਰ ਤਪ ਰਿਹਾ ਹੈ। ਕਿਹਦੇ ਨਾਲ? ਈਰਖਾ ਨਾਲ, ਵੈਰ ਵਿਰੋਧ ਦੀ ਅੱਗ ਨਾਲ, ਚਿੰਤਾ ਦੇ ਨਾਲ, ਦੁੱਖਾਂ ਕਲੇਸ਼ਾਂ ਦੇ ਨਾਲ। ਘਰ ਵਿੱਚ ਏਸੀ ਲੱਗਾ ਹੈ, ਗੁਜ਼ਾਰੇ ਦੀ ਕਮਾਈ ਦੀ ਕੋਈ ਘਾਟ ਨਹੀਂ, ਪਰ ਸ਼ਾਂਤੀ ਨਹੀਂ ਹੈ, ਹਿਰਦਾ ਤਪ ਰਿਹਾ। ਤਪ ਤਪ ਖਬੈ ਬਹੁਤ ਬੇਕਾਰ, ਬੇਕਾਰ ਵਿਕਾਰਾਂ ਦੇ ਵਿੱਚ ਜਾਂ ਫਜ਼ੂਲ ਗੱਲਾਂ ਬਾਤਾਂ ਵਿੱਚ ਤਪ ਤਪ ਕੇ ਖਪ ਰਿਹਾ। ਜਿੰਨੀ ਦੁਨੀਆ ਬੋਲਦੀ ਹੈ, ਇੱਥੋਂ ਮੈਂ 3 ਵਜੇ ਲੰਘ ਕੇ ਗਿਆ, ਔਰ ਇੰਨੀ ਉੱਚੀ ਆਵਾਜ਼ ਸੀਗੀ, ਆਉਂਦੀ ਵੀ ਉੱਥੋਂ ਸੀਗੀ ਜਿਨ੍ਹਾਂ ਲੋਕਾਂ ਸਾਡੇ ਸਪੀਕਰ ਬੰਦ ਕਰਾਏ। ਮੈਨੂੰ ਮਾਫ ਕਰਨਾ, ਇੱਥੇ ਲੱਗ ਗਈ ਕੋਠੀਆਂ ਚੋਂ ਇੱਕ ਬੰਦਾ ਕਹਿੰਦਾ ਚਲੋ ਇਕੱਠੇ ਹੋ ਕੇ ਗੁਰਦੁਆਰੇ ਚੱਲੀਏ। ਕਾਹਤੋਂ? ਮੇਰੇ ਬੱਚੇ ਨੇ ਪੜ੍ਹਨਾ ਹੁੰਦਾ ਹੈ। ਇਹ ਬਾਬੇ ਸਪੀਕਰ ਬੜਾ ਉੱਚੀ ਲਾਉਂਦੇ ਨੇ, ਵੇਖੋ 10ਵੀਂ ਹੈ, ਬਾਹਰ ਆਵਾਜ਼ ਨਹੀਂ ਸੁਣਦੇ। ਤੇ ਜਗਰਾਤੇ ਦੀ ਇੰਨੀ ਕੰਨ ਪਾੜਵੀਂ ਆਵਾਜ਼ ਮੈਂ ਲੱਗ ਹੁੰਦੀ। 3 ਵਜੇ ਲੰਘਿਆ, 3 ਵਜੇ ਇੰਨਾ ਰੌਲਾ ਪੈ ਰਿਹਾ ਸੀਗਾ, ਗੱਲ ਕੋਈ ਵੀ ਨਹੀਂ, ਉਹੀ ਗੱਲਾਂ ਬਾਤਾਂ। ਡੀਜੇ ਵਾਲਿਆਂ ਦੀ ਕੋਈ ਸ਼ਿਕਾਇਤ ਨਹੀਂ ਹੈ, ਜਿੰਨਾ ਮਰਜ਼ੀ ਉਹ ਰੌਲਾ ਪਾਉਣ। ਉਹ ਸਾਡੇ ਬਾਬੇ ਨੇ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬਜ਼ਾਦਿਆਂ ਦੇ ਦਿਨਾਂ ਦੇ ਵਿੱਚ ਕਿਸੇ ਘਰ ਜਾ ਕੇ ਇੰਨਾ ਹੀ ਆਖਿਆ ਵੀ ਵੇਖੋ ਸ਼ਹੀਦੀ ਦੇ ਦਿਨ ਚੱਲ ਰਹੇ ਨੇ, ਵੀ ਹੱਥ ਜੋੜੇ ਵੀ ਤੁਸੀਂ ਇੰਨਾ ਉੱਚਾ ਸਪੀਕਰ ਲਾਇਆ ਹੋਇਆ। ਉਹ ਕਹਿੰਦੇ ਠਹਿਰ ਜਾ, ਸ਼ਰਾਬੀ ਬੰਦੇ ਦਾ ਕੀ ਹੈ? ਕਿਰਪਾਨ ਤਾਂ ਹੀ ਉਹ ਨਿਹੰਗ ਹੱਥ 'ਚ ਰੱਖਦੇ ਨੇ, ਹੱਥ 'ਚ ਕਿਰਪਾਨ ਹੋਏ, ਐਰਾ ਗੈਰਾ ਬੰਦਾ ਬੋਲਦਾ ਨਹੀਂ ਹੈ। ਉਹਨਾਂ ਫੜ ਲਿਆ, ਕਹਿੰਦੇ ਆ ਜਾ, ਉਹਦੇ ਕੱਪੜੇ ਕੁੱਪੜੇ ਪਾੜ ਸੁੱਟੇ। ਗੱਲ ਮੰਨਣੀ ਤਾਂ ਕੀ ਸੀ? ਹੈੱਡ ਗ੍ਰੰਥੀ ਦੀ ਬੇਇੱਜ਼ਤੀ ਕਰ ਸੁੱਟੀ। ਉਹਨੇ ਵਿਚਾਰੇ ਨੇ ਬੜਾ ਆਖਿਆ ਵੀ ਮੈਂ ਤਾਂ ਚੰਗੀ ਗੱਲ ਕੀਤੀ, ਕੋਈ ਸੁਣਦਾ ਨਹੀਂ ਹੈ। ਬੱਚਿਆਂ ਦੀ ਪੜ੍ਹਾਈ ਗੁਰਬਾਣੀ ਦੇ ਨਾਲ ਖਰਾਬ ਨਹੀਂ ਹੁੰਦੀ। ਮੈਂ ਨਿੰਦਣ ਕੀਤੀ ਹੈ, ਮਹਾਰਾਜ ਹੰਕਾਰ ਨਾ ਕਰੋ। ਵੈਸੇ ਮੈਂ ਸਿੱਧਾ ਬਚਨ ਦੱਸਦਾ ਵੀ ਨਾਲ ਅਖੰਡ ਪਾਠ ਦੀਆਂ ਰੌਲਾਂ ਵੀ, ਪੜ੍ਹਾਈ ਪੜ੍ਹੀ ਵੀ, ਸਾਰਾ ਟਾਈਮ ਕਿਹੜਾ ਬੱਚਾ ਪੜ੍ਹਦਾ? ਆਪਣੇ ਆਪ ਹੀ ਸਭ ਕੁਛ ਮਹਾਰਾਜ ਦੀ ਕਿਰਪਾ, ਖਰਾਬ ਥੋੜ੍ਹਾ ਹੁੰਦੀ ਹੈ। ਮੂਲ ਮੰਤਰ ਪੜ੍ਹ ਕੇ ਪੇਪਰ ਖੋਲੀਦਾ ਸੀਗਾ। ਜ਼ਿੰਦਗੀ ਦੇ ਵਿੱਚ ਕਿਸੇ ਕਲਾਸ 'ਚ ਫੇਲ ਨਹੀਂ ਹੋਏ, ਪਰਸੈਂਟੇਜ ਵੀ ਠੀਕ ਹੈ। ਗੁਰੂ ਮਹਾਰਾਜ ਦੀ ਕਿਰਪਾ ਤਾਂ ਬਾਣੀ ਨਾਲ ਹੋਣੀ ਹੈ, ਇਹਦੇ ਨਾਲ ਖਰਾਬ ਨਹੀਂ ਹੁੰਦੀ, ਇਹਦੇ ਨਾਲ ਸ਼ੁੱਧ ਹੁੰਦੀ ਹੈ, ਮਨ ਦਾ ਟਿਕਾਊ ਹੁੰਦਾ ਹੈ। ਤੇ ਇਸ ਵਾਸਤੇ ਜਿੰਨਾ ਅਸੀਂ ਆਪ ਦਾ ਦਿਮਾਗ ਮਾਰਦੇ ਹਾਂ, ਜਿੰਨਾ ਅਸੀਂ ਗੱਲਾਂ ਕਰਦੇ ਹਾਂ, ਜੇ ਆਪਾਂ ਗੁਰਬਾਣੀ ਪੜ੍ਹੀਏ ਤੇ ਕਿੰਨਾ ਸਾਡਾ ਭਲਾ ਹੋਵੇ। ਮੈਂ ਤਾਂ ਆਪਦੇ ਫੋਨ ਦੀ ਉਹ ਰੀਡਿੰਗ ਹੀ ਵੇਖਦਾ ਰਹਿੰਦਾ ਵੀ ਕਿੰਨਾ ਮੈਂ ਕਾਲਾਂ ਕੀਤੀਆਂ ਤੇ ਕਿੰਨੀਆਂ ਸੁਣੀਆਂ। ਤੁਸੀਂ ਆਪਦੇ ਫੋਨ ਨੂੰ ਚੈੱਕ ਕਰਿਓ, ਕਿੰਨੇ ਘੰਟੇ ਤੁਸੀਂ ਬੋਲੇ ਹੋ, ਕਿੰਨੇ ਘੰਟੇ ਤੁਸੀਂ ਕੰਨਾਂ 'ਚ। ਨਾਲੇ ਉਹ ਜ਼ਹਿਰੀਲੀਆਂ ਵੇਵਸ ਪੈਂਦੀਆਂ ਨੇ, ਕੰਨ ਨੂੰ ਤਾਂ ਲਾਉਣਾ ਹੀ ਨਹੀਂ ਚਾਹੀਦਾ। ਸਪੀਕਰ ਫੋਨ ਤੇ ਲਾਓ, 2-4 ਮਿੰਟ ਗੱਲ ਕਰੋ, ਤੇ ਤੁਸੀਂ ਵੇਖੋਗੇ ਵੀ ਦੁਨੀਆ ਇੰਨੀ ਕਮਲੀ ਹੋਈ ਪਈ ਹੈ। ਉਹ ਨੈਟ ਨੁੱਟ ਦੇ ਚੱਕਰ, ਕਿਤੇ ਪਾਰਕ 'ਚ ਕੋਈ ਬੈਠਾ, ਕਿਤੇ ਦੁਕਾਨ ਤੇ ਚਲੇ ਜਾਓ। ਮੈਂ ਤਾਂ ਕਈਆਂ ਨੂੰ ਹੱਥ ਜੋੜ ਕੇ ਆਖਿਆ ਵੀ ਸਾਨੂੰ ਤਾਂ ਅਟੈਂਡ ਕਰੋ। ਜਿਹੜਾ ਬੰਦਾ ਸਾਹਮਣੇ ਖੜਾ ਉਹਨਾਂ ਦੇ ਮੂੰਹ ਵੱਲ ਵੇਖੀ ਜਾਓ, ਫੋਨ ਕੰਨ ਨੂੰ ਲੱਗਾ ਹੋ। ਉਹ ਜਿਹਦਾ ਫੋਨ ਆਇਆ ਉਹ ਘੰਟਾ ਛੱਡੂਗਾ ਹੀ ਨਹੀਂ, ਅਗਲਾ ਬੰਦਾ ਡੀਕਦਾ ਰਹੂਗਾ ਵੀ ਮੈਂ ਕੋਈ ਕੰਮ ਕਰਾਂ ਜਾਂ ਕੋਈ ਮੈਂ ਗੱਲ ਕਰਨੀ ਹੈ। ਹਾਜ਼ਰ ਬੰਦੇ ਨੂੰ ਆਪਾਂ ਟਾਈਮ ਨਹੀਂ ਦਿੰਦੇ, ਫੋਨ ਦੇ ਉੱਪਰ ਲੱਗੇ ਰਹਿੰਦੇ। ਕਿੰਨੇ ਘੰਟੇ ਆਪਾਂ ਬੋਲਦੇ ਆ, ਕਿੰਨੇ ਘੰਟੇ ਆਪਾਂ ਕੰਨਾਂ 'ਚ ਜ਼ਹਿਰੀਲੀਆਂ ਵੇਵਸ ਪਾਉਂਦੇ ਆ। ਤੇ ਤੁਸੀਂ ਦੱਸੋ ਕਿ ਕੀਰਤਨ ਸੁਣ ਲੱਗੇ ਆ ਜਾਂ ਕਥਾ ਸੁਣ ਲੱਗੇ ਆ ਜਾਂ ਬਾਣੀ ਦਾ ਪਾਠ ਜਾਂ ਸਪੀਕਰ ਦਾ ਹੀ ਸਾਡੇ ਕੰਨਾਂ 'ਚ ਰੌਲਾ? ਦੱਸੋ, ਇਹਦੇ ਨਾਲ ਹੀ ਪੜ੍ਹਾਈ ਨਹੀਂ ਆਉਂਦੀ। ਬੱਚੇ ਕਿਹੜਾ ਸਾਰੇ ਟਾਈਮ ਪੜ੍ਹਦੇ ਹੋ ਨੈਟ ਤੇ, ਹੋਰ ਪਤਾ ਨਹੀਂ ਕੀ ਕੁਛ ਵੇਖਦੇ ਨੇ। ਜੰਮਦਿਆਂ ਨੂੰ ਐਨਕਾਂ ਲੱਗੀਆਂ ਹੋਈਆਂ, ਖਾਣੇ ਪੀਜੇ ਤੇ ਬਰਗਰ ਤੇ ਵੇਖਣੇ ਮੋਬਾਈਲ, ਯੂਟਿਊਬਾਂ ਤੇ ਫੇਸਬੁੱਕ। ਜੇ ਮਹਾਰਾਜ ਦੀ ਬਾਣੀ ਦੇ ਨਿਤਨੇਮ ਚਿੱਤ ਜੁੜ ਜਾਏ, ਅਸੀਂ ਬਾਣੀ ਨੂੰ ਪੜ੍ਹੀਏ ਸੁਣੀਏ, ਤਾਂ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਹੋਵੇ। ਜਿਉ ਤਪਤ ਹੈ ਬਾਰੋ ਬਾਰ,
ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਪਿਰ ਲਾਏ। ਰੋਗ ਕਿਉਂ ਆਉਂਦੇ ਨੇ, ਦੁੱਖ ਕਲੇਸ਼ ਕਿਉਂ ਨੇ? ਕਿਉਂਕਿ ਗੁਰਬਾਣੀ ਭੁੱਲੀ ਹੋਈ ਹੈ। ਮਤ ਬਿਸਰਸ ਮਤਾ ਭੁੱਲਣਾ ਕਰ, ਹੀ ਮੇਰਿਆ ਮਨਾ ਰੇ ਮਨ ਰਾਮ ਬੋਲ। ਐ ਮੇਰਿਆ ਮਨਾ ਤੂੰ ਰਾਮ ਨੂੰ ਬੋਲਣਾ ਕਰ, ਉਚਾਰਨ ਕਰ, ਵਿਸ਼ਿਆਂ ਦੇ ਵਿੱਚ ਰਸ ਪ੍ਰੇਮ ਛੱਡ ਦੇ। ਪਰੰਪਰ ਆਗਮ ਅਗੋਚਰ ਗੁਰਮੁਖ, ਗੁਰਮੁਖਾਂ ਨੇ ਜਾਣਨਾ ਕੀਤਾ ਹੈ ਕਿ ਉਹ ਪ੍ਰਭੂ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਅਗਮ ਮਨ ਦੇ ਸੰਕਲਪਾਂ ਵਿਕਲਪਾਂ ਦੀ ਗਮਤਾ ਤੋਂ ਰਹਿਤ ਅਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ। ਹਰਿ ਆਪ ਤੁਲਾਏ ਅਤੁਲ ਤੋਲਾ, ਉਹ ਹਰੀ ਪ੍ਰਭੂ ਆਪ ਹੀ ਜਗਿਆਸੂਆਂ ਦੇ ਸ਼ਰਧਾ ਦੇ ਗੁਣਾਂ ਨੂੰ ਤੋਲ ਕੇ ਵਿਚਾਰ ਕੇ ਆਪਣੇ ਤੁਲਨ ਤੋਂ ਰਹਿਤ ਬ੍ਰਹਮ ਸਰੂਪ ਦੀ ਵਿਚਾਰ ਨੂੰ ਤਲਾਉਂਦਾ ਹੈ। ਜਾਂ ਜਗਿਆਸੂ ਦੀ ਬੁੱਧੀ ਰੂਪ ਤਰਾਜੂ ਵਿੱਚ ਸ਼ਾਸਤਰ ਪ੍ਰਮਾਣ ਰੂਪ ਪੱਟੀ ਪਾ ਕੇ ਅਤੁਲ ਰੂਪ ਬ੍ਰਹਮ ਆਪ ਹੀ ਆਪਣੇ ਸਰੂਪ ਦੀ ਵਿਚਾਰ ਨੂੰ ਕਰਵਾਉਂਦਾ ਹੈ। ਰਾਮ ਦੇ ਕਰ ਫਰਮਾਨ ਕਰਦੇ ਨੇ, ਗੁਰ ਚਰਨ ਸਰੀ ਵਹਿ ਗੁਰ ਸਿੱਖ ਤੋਰਾ। हे ਪ੍ਰਭੂ, ਜੋ ਗੁਰਾਂ ਦੇ ਚਰਨਾਂ ਨੂੰ ਸੇਵਨਾ ਕਰਦੇ ਨੇ ਉਹ ਗੁਰਸਿੱਖ ਤੇਰੇ ਸਰੂਪ ਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ। ਜਾਂ ਗੁਰਸਿੱਖਾਂ ਦੀ ਇਹੀ ਚਾਲ, ਇਹੀ ਰੀਤੀ ਹੈ ਕਿ ਉਹ ਗੁਰਾਂ ਦੇ ਚਰਨ ਕਮਲਾਂ ਨੂੰ ਹੀ ਸੇਵਨਾ ਕਰਦੇ ਹਨ। ਗੁਰ ਸੇਵ ਤਰੇ ਤਜ ਮੇਰ ਤੋਰਾ, ਉਹ ਮੇਰ ਤੇਰ, ਮੇਰ ਭਾਵ ਜੀਵ ਦੀ ਅਲਭਗਤਾ ਤੇ ਤੇਰ ਭਾਵ ਈਸ਼ਰ ਦੀ ਸਰਭਗਤਾ ਨੂੰ ਛੱਡ ਕੇ ਗੁਰਾਂ ਦੀ ਸੇਵਾ ਟਹਿਲ ਦੁਆਰਾ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਨਾਰ ਨਿੰਦਕ ਲੋਭੀ ਮਨ ਕਠੋਰਾ, ਜੋ ਪੁਰਖ ਨਿੰਦਕ ਅਪਕੀਰਤੀ ਕਰਨ ਵਾਲੇ ਨੇ, ਹੋਣ ਕਿਸੇ ਵਿੱਚ ਗੁਣ ਤੇ ਉਹਨੂੰ ਔਗਣਾ ਵਾਲਾ ਬਣਾ ਕੇ ਪੇਸ਼ ਕਰੀ ਜਾਣਾ। ਆਪਦੇ ਨਿਆਣਿਆਂ ਨੂੰ ਤਾਂ ਭਾਵੇਂ ਬੁਰੇ ਵੀ ਹੋਣ ਤਾਂ ਵੀ ਚੰਗਾ ਸਮਝਣਾ ਤੇ ਦੂਜਿਆਂ ਦੀ ਨਿੰਦਿਆ ਕਰੀ ਜਾਣੀ, ਉਹਨਾਂ ਨੂੰ ਕੱਚੇ ਲਾਈ ਜਾਣਾ, ਉਹਨਾਂ ਦੀ ਬੇਇੱਜ਼ਤੀ ਕਰੀ ਜਾਣੀ, ਆਪ ਆਪਣਾ ਸਤਿਕਾਰ ਚਾਹੁਣਾ। ਇਹ ਮਨੁੱਖ ਦੀ ਫਿਤਰਤ ਹੈ। ਜਿਹੜਾ ਮਨੁੱਖ ਨਿੰਦਕ ਹੈ, ਪਦਾਰਥਾਂ ਦਾ ਲਾਲਚੀ ਹੈ ਅਤੇ ਮਨ ਦੇ ਸਖਤ ਸੁਭਾਅ ਦੇ ਹੱਠ ਭਾਵ ਪੱਥਰ ਦੇ ਇਨਸਾਨ ਨੇ, ਰਤੀ ਪਰ ਵੀ ਉਹਨਾਂ ਦੇ ਮਨ ਵਿੱਚ ਦਇਆ ਨਹੀਂ ਹੈ। ਗੁਰ ਸੇਵ ਨਾ ਭਾਈ ਸੇ ਚੋਰਾ ਚੋਰਾ, ਉਹਨਾਂ ਨੂੰ ਗੁਰਾਂ ਦੀ ਦੱਸੀ ਸੇਵਾ ਟਹਿਲ ਵੀ ਚੰਗੀ ਨਹੀਂ ਲੱਗਦੀ। ਉਹ ਤਾਂ ਚੋਰਾਂ ਦੇ ਵੀ ਵੱਡੇ ਚੋਰ ਹਨ। ਚੋਰਾਂ ਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ ਨੇ, ਪਰ ਉਹਨਾਂ ਦਾ ਧਿਆਨ ਹੀ ਇਸੇ ਕੰਮ 'ਚ ਹੁੰਦਾ ਹੈ ਕਿਉਂਕਿ ਆਪ ਜੋ ਗਲਤ ਹਨ। ਜਿਹੜੇ ਸਾਧ ਨੇ ਉਹਨਾਂ ਦੇ ਬਾਣੇ ਸਾਰੇ ਸਾਧ ਨੇ। ਸੋ ਜਿਸ ਤਰ੍ਹਾਂ ਦਾ ਆਪਦਾ ਮਨ, ਆਪਦਾ ਜੀਵਨ, ਉਸੇ ਤਰ੍ਹਾਂ ਦੀ ਦੁਨੀਆ ਹੋ ਜਾਂਦੀ ਹੈ। ਇਸ ਲਈ ਚੋਰ ਦਾ ਮਤਲਬ ਇਹ ਹੈ ਜਿਹੜਾ ਕਿਸੇ ਦੀ ਚੀਜ਼ ਨੂੰ ਚੁੱਕ ਕੇ ਲੁਕਾ ਲਵੇ ਤੇ ਜੇ ਕੋਈ ਪੁੱਛ ਵੀ ਲਵੇ ਤਾਂ ਵੀ ਦੱਸੇ ਨਾ, ਉਹਨੂੰ ਕਹਿੰਦੇ ਨੇ ਚੋਰ। ਜਿਹੜਾ ਬੰਦਾ ਪ੍ਰਭੂ ਦਾ ਨਾਮ ਨਹੀਂ ਜਪਦਾ, ਨਿਤਨੇਮ ਨਹੀਂ ਕਰਦਾ, ਗੁਰਬਾਣੀ ਨੇ ਉਹਨੂੰ ਚੋਰ ਆਖਿਆ ਹੈ। ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪੰਚਾਸਾ। ਔਰ ਉਹਨਾਂ ਚੋਰਾਂ ਦਾ ਵਾਸਾ ਮਰਨ ਤੋਂ ਬਾਅਦ ਕਿੱਥੇ ਹੁੰਦਾ? 50 ਕਰੋੜ ਧਰਤੀ ਤੇ ਜਿਹੜੀ ਤਾਂਬੇ ਦੀ ਹੈ। ਉੱਥੇ ਸੱਪ ਬਣਾ ਕੇ ਉਹਨੂੰ ਸੁੱਟਿਆ ਜਾਂਦਾ, ਢਿੱਡ ਭਰਨੇ ਸੜਦਾ ਹੈ। ਤਾਂਬੇ ਦੀ ਧਰਤੀ ਜਿਵੇਂ ਇੱਕ ਸੂਰਜ ਸਾਡੇ ਇੱਥੇ, ਉੱਥੇ ਪਤਾ ਨਹੀਂ ਕਿੰਨੇ ਸੂਰਜਾਂ ਦੀ ਤਪਸ਼ ਹੈ। ਤੇ ਸੱਪਾਂ ਦਾ ਖਾਣਾ ਮਿੱਟੀ, ਉੱਥੇ ਮਿੱਟੀ ਵੀ ਨਹੀਂ ਮਿਲਦੀ ਵਿਚਾਰਿਆਂ ਨੂੰ, ਸੜਦੇ ਰਹਿੰਦੇ ਨੇ, ਭੁੱਖੇ ਮਰਦੇ ਨੇ। ਹਨੇਰੀ ਦੇ ਨਾਲ ਮਾੜੀ ਮੋਟੀ ਮਿੱਟੀ ਉੱਡ ਕੇ ਚਲੀ ਜਾਏ, ਉਹੀ ਕੁੰਡਲ 'ਚ ਮਾਰ ਕੇ ਥੋੜੀ ਥੋੜੀ ਖਾਂਦੇ ਰਹਿੰਦੇ। ਤੇ ਸਾਖਤ ਚੋਰ, ਜਿਹੜਾ ਸਾਖਤ ਉਹ ਚੋਰ ਹੈ। ਕਿਉਂ? ਕਿਉਂਕਿ ਉਹਨੇ ਪ੍ਰਭੂ ਦੇ ਨਾਮ ਨੂੰ ਲੁਕਾਇਆ ਹੋਇਆ। ਪ੍ਰਭੂ ਨੇ ਨਾਮ ਬਖਸ਼ਿਆ, ਨੌਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾ। ਉਹਨੇ ਅੰਦਰ ਹੀ ਲੁਕਾਇਆ ਹੋਇਆ, ਜ਼ਬਾਨ ਤਾਂ ਨਹੀਂ ਉੱਚੀ ਬੋਲ ਕੇ ਬਾਹਰ ਨਹੀਂ ਕੱਢਦਾ।
ਹੋਰ ਨਿੰਦਿਆ ਚੁਗਲੀ ਵਾਲੀਆਂ ਗੱਲਾਂ ਕਰੂਗਾ, ਪੈਸੇ ਦੀ ਗੱਲ, ਕਮਾਈ ਕਿੰਨੀ ਹੈ, ਕਿੰਨਾ ਲਾਭ ਹੈ, ਜਿਵੇਂ ਫਲਾਣੀ ਜਗ੍ਹਾ ਜਾਊਂ ਮੈਨੂੰ ਕਿੰਨਾ ਲਾਭ ਪ੍ਰਾਪਤ ਹੋ, ਇਸ ਤਰ੍ਹਾਂ ਦੇ ਵਚਨ ਕਰੂਗਾ, ਪਰ ਨਾਮ ਨਹੀਂ ਕਹਿੰਦਾ, ਬਾਣੀ ਨਹੀਂ ਬੋਲਦਾ। ਮਹਾਰਾਜ ਦੇ ਨਾਮ ਨੂੰ ਲੁਕਾਇਆ ਹੋਇਆ, ਲੁਕਾਉਣ ਵਾਲੇ ਦਾ ਨਾਮ ਚੋਰ ਹੈ। ਇਸ ਲਈ ਮਹਾਰਾਜ ਨੇ ਆਖਿਆ ਵੀ ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪੰਚਾਸਾ। ਨਰ ਨਿੰਦਕ ਲੋਭੀ ਮਨ ਕਠੋਰ, ਮਨ ਦੇ ਸਖਤ ਸੁਭਾਅ ਵਾਲੇ ਨਿੰਦਕ ਲਾਲਚੀ ਬੰਦੇ ਗੁਰ ਸੇਵ ਨਾ ਪਾਈ। ਉਹਨਾਂ ਨੂੰ ਗੁਰਾਂ ਦੀ ਸੇਵਾ ਟਹਿਲ ਵੀ ਚੰਗੀ ਨਹੀਂ ਲੱਗਦੀ। ਜੇ ਕੋਈ ਕਹੇ ਵੀ ਸੇਵਾ ਕਰੋ, ਕਹਿੰਦੇ ਤਾਂ ਵਿਹਲਿਆਂ ਦਾ ਕੰਮ ਹੈ। ਗੁਰੂ ਘਰ ਦੇ ਵੀ ਤੁਸੀਂ ਵੇਖੋਗੇ ਜ਼ਿਆਦਾਤਰ ਦੀਵਾਨੇ ਮਸਤਾਨੇ ਸੇਵਾ ਕਰਦੇ ਮਿਲਣਗੇ, ਕਮਲੇ ਰਮਲੇ ਜੇ, ਪਰ ਉਹ ਮਹਾਰਾਜ ਦੀ ਕਿਰਪਾ ਵਾਲੇ ਹੋ ਜਾਂਦੇ ਨੇ। ਮੇਰੇ ਵਰਗਾ ਜਿਹਨੇ ਸੂਟ ਬੂਟ ਪਾਇਆ ਹੋਇਆ, ਟਾਈ ਟੋਈ ਲਾਈ ਹੈ, ਸੋਹਣੀ ਪੱਗ, ਉਹਦਾ ਮੱਥਾ ਟੇਕਣ ਤੋਂ ਵੀ ਡਰਦਾ। ਵੇਖਿਓ ਕਦੇ ਵੀ ਕਿਤੇ ਮਿੱਟੀ ਨਾ ਲੱਗ ਜਾਏ, ਵੀ ਜੇ ਥੱਲੇ ਮੱਥਾ ਲਾਇਆ ਤੇ ਸਾਡਾ ਮੱਥਾ ਗੰਦਾ ਹੋ ਜਾਊਗਾ। ਜੇ ਕਿਸੇ ਨੂੰ ਆਖੋ ਨਾ, ਕਿਸੇ ਧੀ ਪੁੱਤ ਨੂੰ, ਨਿਆਣੇ ਹੁੰਦੇ ਨੇ ਨਾ, ਆ 2 ਗੇਟ ਹੀ ਛੱਡਤੇ ਉਹਨਾਂ ਨੇ, ਮੱਝਾਂ ਵਾਲੇ ਪਾਸੇ ਤਾਂ ਲੰਘ ਜਾਂਦੇ। ਕਿਸੇ ਨੂੰ ਕਹੋ ਨਾ ਵੀ ਸਿਰ ਤੇ ਲੈ ਲਾ, ਉਹ ਪਹਿਲਾਂ ਬੋਦੀ ਜਿਹੀ ਵੇਖਦਾ ਵੀ ਖੜੇ ਕਦੇ ਠਾਂ ਹੀ ਨਾ ਹੋ ਜਾਂਦਾ ਮਾਰ ਦੇ ਨਾਲ। ਸਿਰ ਢੱਕਣ ਤੋਂ ਵੀ ਆਪਾਂ ਸੋਚਦੇ ਵੀ ਸਾਡਾ ਫੈਸ਼ਨ ਨਾ ਖਰਾਬ ਹੋ ਜਾਏ, ਆ ਜੋ ਆਪਾਂ ਸਵਾਰਿਆ ਹੋਇਆ ਹੈ। ਇਸ ਤਰ੍ਹਾਂ ਦੀ ਸਾਡੀ ਹਾਲਤ ਬਣੀ ਪਈ ਹੈ। ਬਾਬਾ ਬੋਲ ਕੇ ਆਖਦਾ ਵੀ ਸਿਰ ਢੱਕ ਲਓ, ਤੇ ਮੁੜ ਕੇ ਰੁਮਾਲ ਜੇਬ ਚੋਂ ਲੱਭੀ ਦਾ, ਜਾਂ ਗੁਰਦੁਆਰੇ ਨੂੰ ਕੱਪੜਾ ਜਾਂ ਚੁੰਨੀ ਲੱਭੀ ਦੀ, ਆਪਦੇ ਘਰੋਂ ਸਿਰ ਢੱਕ ਕੇ। ਇਹ ਨਹੀਂ ਵੀ ਗੁਰੂ ਘਰ ਜਾਣਾ ਜਾਂ ਵਿੱਚੋਂ ਦੀ ਲੰਘਣਾ ਵੀ ਥੋੜਾ ਬਹੁਤਾ ਕੱਪੜਾ ਹੀ ਸਿਰ ਤੇ ਰੱਖ ਲਓ। ਬਿਲਕੁਲ ਸਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਹੀ ਨਹੀਂ ਹੈ। ਜੇ ਸਿਰ ਹੀ ਨਹੀਂ ਢੱਕਾਂਗੇ ਦੱਸੋ ਮਿਲੂਗਾ ਕੀ? ਸੋ ਗੁਰੂ ਮਹਾਰਾਜ ਦੀ ਸੇਵਾ ਸਾਨੂੰ ਚੰਗੀ ਨਹੀਂ ਲੱਗਦੀ। ਤੇ ਮਹਾਰਾਜ ਕਹਿੰਦੇ ਵੀ ਜਿਹੜਾ ਬੰਦਾ ਸੇਵਾ ਨਹੀਂ ਕਰਦਾ, ਨਾਮ ਨਹੀਂ ਜਪਦਾ, ਦੱਸੋ ਕੌਣ ਹੈ? ਸੇ ਚੋਰ ਚੋਰੋ ਚੋਰ, ਉਹ ਚੋਰ ਚੋਰ। ਲੋਕ ਰੌਲਾ ਪਾਉਂਦੇ ਨਾ ਵੀ ਫੜ ਲਓ, ਇਸ ਤਰ੍ਹਾਂ। ਸੋ ਸੇਵਾ ਤੋਂ ਬਗੈਰ ਤੇ ਨਾਮ ਤੋਂ ਬਗੈਰ ਉਹ ਵੱਡੇ ਚੋਰਾਂ ਦੇ ਵੀ ਚੋਰ ਨੇ। ਤਿੰਨਾਂ ਲੋਕਾਂ ਚੋਰੀ ਕਰਨ ਵਾਲੇ ਚੋਰ ਸੱਦੇ ਜਾਂਦੇ ਨੇ। ਗੁਰ ਤੁਠਾ ਬਖਸ਼ੇ ਭਗਤ ਭਾਉ। ਜਿਨ੍ਹਾਂ ਪਰ ਗੁਰੂ ਪ੍ਰਸੰਨ ਹੋਏ ਹੈ, ਉਹਨਾਂ ਨੂੰ ਪ੍ਰਭੂ ਪ੍ਰੇਮਾ ਭਗਤੀ ਦੀ ਦਾਤ ਬਖਸ਼ਣਾ ਕਰਦਾ ਹੈ। ਵਾਹਿਗੁਰੂ ਦੀ ਖੁਸ਼ੀ ਦੀ ਇਹ ਨਿਸ਼ਾਨੀ ਹੈ। ਕੋਈ ਸਾਨੂੰ ਫੋਨ ਕਰੇ ਜਾਂ ਕੋਈ ਹਾਲ ਚਾਲ ਪੁੱਛੇ, ਆਪਾਂ ਕੀ ਕਹਿੰਦੇ ਆ? ਕਿਰਪਾ ਜੀ, ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਦੀ ਨਿਸ਼ਾਨੀ ਕੀ ਹੈ? ਗੁਰ ਤੁਠਾ। ਮਹਾਰਾਜ ਕਹਿੰਦੇ ਗੁੱਜੀ ਸ਼ਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕਿੰਨੀ ਦਾਤ। ਦਾਤ ਕਿਹੜੀ ਹੈ? ਦਾਤ ਹੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਾਹ ਜਾਪੈ ਸੇ। ਉਹ ਦਾਤ ਹੈ ਨਾਮ ਦੀ, ਬ੍ਰਹਮ ਗਿਆਨ ਦੀ, ਸੇਵਾ ਸਿਮਰਨ ਦੀ। ਜਿਹਦੇ ਤੇ ਗੁਰੂ ਖੁਸ਼ ਹੁੰਦਾ, ਗੁਰੂ ਦੀ ਕਿਰਪਾ ਹੁੰਦੀ, ਉਹਨੂੰ ਆਪ ਦੀ ਪ੍ਰੇਮਾ ਭਗਤੀ ਦੀ ਦਾਤ ਬਖਸ਼ਦਾ। ਪ੍ਰੇਮਾ ਭਗਤੀ ਦਾ ਮਤਲਬ ਆ ਕਥਾ ਤੇ ਕੀਰਤਨ, ਇਹਦੇ ਵਿੱਚ ਚਿੱਤ ਜੋੜਦਾ ਹੈ। ਗੁਰ ਤੁਠੈ ਪਾਈਐ ਹਰ ਮਹਿਲ ਠਾਉ। ਗੁਰਾਂ ਦੀ ਪ੍ਰਸੰਨਤਾ ਕਰਕੇ ਪਰਮਾਤਮਾ ਦੇ ਤੁਰਿਆ ਪਾਦਰੂ ਮਹਲ ਦੇ ਵਿੱਚ ਥਾਂ ਪਾ ਲਈਦੀ ਹੈ, ਅਸਥਿਤੀ ਪਾ ਲਈਦੀ ਹੈ। ਹਰ ਹਰ ਨਿੰਦਾ ਹਰ ਭਗਤ ਜਾਗ। ਜਿਹੜਾ ਮਨੁੱਖ ਅਪਕੀਰਤੀ, ਕਿਸੇ ਦੀ ਨਿੰਦਿਆ, ਐਵੇਂ ਹੀ ਕਿਸੇ ਨੂੰ ਬੁਰਾ ਕਹੀ ਜਾਣਾ, ਇਹ ਨਿੰਦਿਆ ਨੂੰ ਤਿਆਗ ਕੇ ਹਰੀ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਜਾਗਿਆ ਸਾਵਧਾਨ ਹੋਇਆ ਹੈ। ਹਰ ਭਗਤ ਸੁਹਾਵੀ ਕਰਮ ਭਾਗ। ਉਸ ਉੱਪਰ ਪ੍ਰਭੂ ਦੀ ਕਰਮ ਬਖਸ਼ਿਸ਼ ਹੈ ਅਤੇ ਉਸਦੇ ਸ੍ਰੇਸ਼ਟ ਭਾਗ ਕਰਮ ਹੋਣ ਕਰਕੇ ਉਸ ਨੂੰ ਪ੍ਰਭੂ ਦੀ ਭਗਤੀ ਸ਼ੋਭਨੀਕ ਲੱਗੀ। ਉਹਨਾਂ ਨੂੰ ਕਥਾ ਕੀਰਤਨ ਚੰਗਾ ਲੱਗਦਾ ਹੈ, ਜਾਂ ਉਹਨੂੰ ਹਰੀ ਦੀ ਭਗਤੀ ਸ਼ੋਭਨੀਕ ਹੋਈ ਹੈ, ਅਤੇ ਉਸੇ ਨੂੰ ਹੀ ਸ੍ਰੇਸ਼ਟ ਕਰਮ ਪ੍ਰਭੂ ਦੀ ਬਖਸ਼ਿਸ਼ ਦਾ ਸ਼ਾਦਾ ਪ੍ਰਾਪਤ ਹੋਇਆ ਹੈ। ਗੁਰ ਮੇਲ ਮਿਲਾਵੈ ਕਰੇ ਦਾਤਾ। ਪਰਮਾਤਮਾ ਗੁਰਾਂ ਦੇ ਮੇਲ ਵਿੱਚ ਮਿਲਾਉਂਦਾ ਅਤੇ ਗੁਰੂ ਨਾਮ ਦੀ ਬਖਸ਼ਿਸ਼ ਦੇ ਕੇ ਪਰਮਾਤਮਾ ਦੇ ਮੇਲ ਵਿੱਚ ਮਿਲਾ ਦਿੰਦਾ ਹੈ। ਗੁਰ ਸਿੱਖ ਪਿਆਰੇ ਦਿਨ ਸਰਾਤ। ਜੋ ਸਤਿਗੁਰਾਂ ਦੇ ਪਿਆਰੇ ਗੁਰਸਿੱਖ ਨੇ, ਉਹ ਦਿਨ ਅਤੇ ਰਾਤ ਨਾਮ ਦੇ ਵਿੱਚ ਭਗਤੀ ਵਿੱਚ ਜੁੜੇ ਰਹਿੰਦੇ ਨੇ।
ਆ ਵੇਖੋ ਪਿੱਛੇ ਕਿੰਨਾ ਮਹਾਰਾਜ ਨੇ ਸੇਕ ਲਾਇਆ, ਅਜੇ ਵੀ ਸੇਕ ਚੱਲ ਰਿਹਾ। ਰੱਬ ਦੀ ਕਰੋਪੀ ਹੈ। ਆਪਾਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਸਰਬੱਤ ਦਾ ਭਲਾ ਕਰਨ ਤੇ ਦੁਨੀਆ ਨੂੰ ਬਿਮਾਰੀ ਤੋਂ ਮੁਕਤ ਕਰਨ। ਕਦੀ ਨੋਟਬੰਦੀ ਦਾ ਸੇਕ, ਕਦੀ ਉਹ ਲੋਕਬੰਦੀ, ਤੇ ਕਦੀ ਆ ਕਰੋਨਾ ਤੇ ਕਦੀ ਆ ਡੇਂਗੂ ਤੇ ਕਦੀ ਕੁਛ। ਗੁਰੂ ਸਾਹਿਬ ਦੀ ਕਿਰਪਾ ਹੋਵੇ ਤਾਂ ਅਸੀਂ ਖੁਸ਼ੀ ਦੇ ਵਿੱਚ ਜ਼ਿੰਦਗੀ ਨੂੰ ਜੀਈਏ। ਜਿਨ੍ਹਾਂ ਨੂੰ ਪਰਮਾਤਮਾ ਗੁਰਾਂ ਦੇ ਮੇਲ ਵਿੱਚ ਮਿਲਾਉਂਦਾ ਹੈ ਤੇ ਗੁਰੂ ਨਾਮ ਦੀ ਬਖਸ਼ਿਸ਼ ਦੇ ਕੇ ਪਰਮਾਤਮਾ ਦੇ ਮੇਲ 'ਚ ਮਿਲਾ ਦਿੰਦਾ ਹੈ, ਉਹ ਜਿਹੜੇ ਸਤਿਗੁਰਾਂ ਦੇ ਪਿਆਰੇ ਗੁਰਸਿੱਖ ਨੇ, ਉਹ ਦਿਨ ਰਾਤ ਨਾਮ ਭਗਤੀ ਜੁੜੇ ਰਹਿੰਦੇ ਨੇ। ਵੇਖੋ ਨੋਟਬੰਦੀ ਦੇ ਵਿੱਚ ਰੱਬ ਨੇ ਦਿਖਾਤਾ ਵੀ ਜਿਸ ਮਾਇਆ 'ਚ ਤੁਸੀਂ ਜੁੜੇ ਹੋਏ ਹੋ, ਇਹ ਮਾਇਆ ਦਾ ਕੁਛ ਭਰੋਸਾ ਨਹੀਂ ਹੈ ਵੀ ਕਿਹੜੇ ਵਜੇ ਬੰਦ ਹੋ ਜੇ। ਰਾਤੋਂ ਰਾਤ ਹੀ ਹਜ਼ਾਰਾਂ ਦੇ ਨੋਟ ਲੱਟੀ ਹੋ ਗਏ। ਆ ਕਰੋਨਾ ਨੇ ਅਰਬਾਂ ਪਤੀਆਂ ਨੂੰ ਕੱਚੇ ਰਾਹ ਸੁੱਟਿਆ। ਆਕਸੀਜਨ ਹੀ ਨਹੀਂ ਮਿਲੀ, ਸਾਹ ਹੀ ਘੁੱਟਿਆ ਗਿਆ। ਦੱਸੋ ਬੰਦਾ ਕਰੂਗਾ ਕੀ? ਪੈਸੇ ਨੂੰ ਮੱਥੇ ਮਾਰਨਾ, ਸਿਰ ਤੇ ਚੁੱਕਣਾ, ਚੁੱਕੀ ਫਿਰੋ। ਘਰਾਂ ਵਾਲਾਂ ਨੂੰ, ਕਾਰੋਬਾਰਾਂ ਨੂੰ। ਇਸ ਵਾਸਤੇ ਕਰੋਨਾ ਨੇ ਇਹੋ ਜਿਹੀ ਮੱਤ ਦਿੱਤੀ। ਆ ਹੁਣ ਡੇਂਗੂ ਚੱਲ ਪਿਆ, ਫਿਰ ਵੀ ਸਾਨੂੰ ਸਮਝ ਨਹੀਂ ਆਉਂਦੀ। ਮਾਰੇ ਕਹਿੰਦੇ ਭਗਤੀ ਜੁੜੋ ਭਾਈ, ਨਾਮ 'ਚ ਜੁੜੋ। ਇਹ ਤੁਹਾਡੇ ਨਾਲ ਪਰਲੋਕ 'ਚ ਜਾਣਾ ਜੇ। ਨਾ ਮਾਇਆ ਜਾਣੀ ਹੈ, ਨਾ ਕਾਰੋਬਾਰ ਜਾਣੇ ਨੇ। ਕਰਨੇ ਤਾਂ ਪੈਣੇ ਹੀ ਨੇ, ਪਰ ਟਾਈਮ ਤੋਂ ਟਾਈਮ ਕੱਢ ਕੇ ਭਗਤੀ ਜ਼ਰੂਰ ਕਰੋ। ਸੰਗਤ ਦੇ ਵਿੱਚ ਜ਼ਰੂਰ ਜੁੜੋ। ਹਲ ਨਾਮ ਪ੍ਰਾਪਤ ਗੁਰ ਤੁਸ ਦੇ। ਸੋ ਸਤਿਗੁਰਾਂ ਦੇ ਪਿਆਰੇ ਗੁਰਸਿੱਖਾਂ ਨੂੰ ਅਵਿਦਿਆ ਰੂਪੀ ਰਾਤ ਤੋਂ ਭਗਤੀ ਕਰਨ ਦੇ ਨਾਲ ਗਿਆਨ ਰੂਪੀ ਦਿਨ ਚੜ੍ਹ ਗਿਆ ਹੈ। ਜਿਨ੍ਹਾਂ ਨੂੰ ਗੁਰੂ ਆਪ ਪ੍ਰਸੰਨ ਹੋ ਕੇ ਦਾਤ ਦੇਣਾ ਕਰਦਾ ਹੈ, ਉਹਨਾਂ ਨੂੰ ਨਾਮ ਦੇ ਫਲ ਦੀ ਪ੍ਰਾਪਤੀ ਹੁੰਦੀ ਹੈ। ਆਹੋ ਨਾਨਕ ਪਾਵਹਿ ਵਿਰਲੇ ਕੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਕੋਈ ਟਾਵੇਂ ਟਾਵੇਂ ਇਸ ਦਾਤ ਨੂੰ ਪਾਉਣਾ ਕਰਦੇ ਨੇ। ਜਗ ਮੈਂ ਤੁਮ ਕਾਢੀਆ ਹੈ ਵਿਰਲੇ ਕੇ। ਇੱਥੇ ਹੀ ਸਮਾਪਤੀ ਹੈ ਜੀ। ਆਪਣਾ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਗੁਰ ਮੇਲ ਮਿਲਾਵੈ ਕਰੇ ਦਾਤ। ਗੁਰਸਿੱਖ ਪਿਆਰੇ ਦਿਨ ਸਰਾਤ। ਹਲ ਨਾਮ ਪ੍ਰਾਪਤ ਗੁਰ ਤੁਸ ਦੇ। ਕਹੋ ਨਾਨਕ ਪਾਵਹਿ ਵਿਰਲੇ ਕੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਦੇਖੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਾਦਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਬਦੋ ਤੰਗਾਵੋ ਹਰੀ ਕੀਰਾ ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ